ਵੈਲਕਮ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡੇ ਸਾਰਿਆਂ ਦਾ ਆਪਣੀ ਅੱਜ ਦੇ ਸੈਸ਼ਨ ਦੇ ਵਿੱਚ। ਮੈਂ ਬਲਵਿੰਦਰ ਸਰ ਤੇ ਬੱਚੋ ਅੱਜ ਦੇ ਸੈਸ਼ਨ ਦੇ ਵਿੱਚ ਆਪਣੀ ਪੋਲਿਟੀ ਨੂੰ ਆਪਾਂ ਅੱਗੇ ਕੰਟੀਨਿਊ ਕਰਾਂਗੇ। ਸੋ ਬੱਚੋ ਮੇਕਿੰਗ ਆਫ ਦਾ ਇੰਡੀਅਨ ਕਨਸਟੀਟਿਊਸ਼ਨ, ਕੀ ਕਨਸਟੀਟਿਊਸ਼ਨ ਕਿਵੇਂ ਤਿਆਰ ਹੋਇਆ ਬੱਚੋ, ਇਹ ਆਪਾਂ ਅੱਜ ਦੇ ਸੈਸ਼ਨ ਦੇ ਵਿੱਚ ਦੇਖਾਂਗੇ ਸਾਰਾ ਕੁਝ। ਉਸ ਤੋਂ ਪਹਿਲਾਂ ਬੱਚੋ ਕੁਝ ਜਿਹੜੇ ਕਨਸੈਪਟ ਨੇ, ਕੁਝ ਡੈਫੀਨੇਸ਼ਨਾਂ ਨੇ, ਉਹ ਆਪਾਂ ਦੇਖ ਲਈਏ। ਜਿੱਦਾਂ ਕਿ ਬੱਚੋ ਰੂਲਸ ਰੈਗੂਲੇਸ਼ਨਸ ਹੋ ਗਏ, ਬਾਈ ਲਾਜ਼ ਹੋ ਗਏ ਬੱਚੋ, ਆਰਡੀਨੈਂਸ ਕੀ ਹੁੰਦਾ ਹੈ, ਸਟੇਟ ਲਾ ਕੀ ਹੁੰਦਾ ਹੈ, ਸੈਂਟਰਲ ਲਾਜ਼ ਕੀ ਹੁੰਦੇ ਨੇ ਬੱਚੋ, ਫਿਰ ਆਂਦਾ ਹੈ ਬੱਚੋ ਕਨਸਟੀਟਿਊਸ਼ਨ। ਬੱਚੋ ਜਿਹੜੀ ਹਾਇਰਾਰਕੀ ਹੈ ਲਿਖੀ ਹੋਈ ਹੈ ਇਹ ਇਦਾਂ ਹੀ ਹੁੰਦੀ ਹੈ। ਸਭ ਤੋਂ ਉੱਪਰ ਹੁੰਦਾ ਹੈ ਬੱਚੋ ਕਨਸਟੀਟਿਊਸ਼ਨ, ਫਿਰ ਸੈਂਟਰਲ ਲਾ ਆਣਗੇ, ਫਿਰ ਸਟੇਟ ਲਾ ਆਣਗੇ ਬੱਚੋ, ਫਿਰ ਆਰਡੀਨੈਂਸ ਆਵੇਗਾ, ਫਿਰ ਬਾਈ ਲਾਜ਼ ਆਣਗੇ ਬੱਚੋ, ਫਿਰ ਰੂਲਸ ਐਂਡ ਰੈਗੂਲੇਸ਼ਨ ਆਣਗੇ ਬੱਚੋ। ਸੋ ਇਹ ਹਾਇਰਾਰਕੀ ਬੱਚੋ ਇਦਾਂ ਹੀ ਹੁੰਦੀ ਹੈ, ਇਹ ਯਾਦ ਰੱਖਿਓ। ਸੋ ਬੱਚੋ ਆਪਾਂ ਪੜ੍ਹਦੇ ਹਾਂ ਇੱਕ ਇੱਕ ਨੂੰ, ਸਾਰਾ ਕੁਝ ਆਪਾਂ ਦੇਖਦੇ ਹਾਂ। ਪਹਿਲਾਂ ਡੈਫੀਨੇਸ਼ਨਾਂ ਦੇਖਦੇ ਹਾਂ ਤਾਂ ਕਿ ਤੁਸੀਂ ਕਨਫਿਊਜ਼ ਨਾ ਹੋ, ਕਿਉਂਕਿ ਬੱਚੋ ਮੈਂ ਤੁਹਾਨੂੰ ਕਿਹਾ ਹੋਇਆ ਹੈ ਕਿ ਸਭ ਕੁਝ ਡੈਫਥ 'ਚ ਕਰਾਂਗੇ। ਆਪਾਂ ਨੂੰ ਕੋਈ ਵੀ ਕਨਫਿਊਜ਼ਨ ਨਹੀਂ ਰਹੇਗਾ ਪੋਲਿਟੀ ਦੇ ਵਿੱਚ ਜਦੋਂ ਆਪਾਂ ਇਹ ਸਾਰੇ ਸੈਸ਼ਨ ਕੰਪਲੀਟ ਕਰ ਲਵਾਂਗੇ। ਸੋ ਬੱਚੋ ਪਹਿਲੀ ਡੈਫੀਨੇਸ਼ਨ ਹੈ ਲਾ ਦੀ। ਲਾ ਕੀ ਹੁੰਦਾ ਹੈ ਬੱਚੋ? ਰੂਲਸ ਗਵਰਨਿੰਗ ਬਿਹੇਵੀਅਰ ਐਦਰ ਰਿਟਨ ਔਰ ਅਨਰਿਟਨ ਇਨੈਕਟਡ ਬਾय ਲੈਜਿਸਲੇਟਿਵ ਬੋਡੀਜ਼ ਵਿਦ ਲੀਗਲ ਫੋਰਸ। मतलब कि बच्चों ऐसे रूल्स ਜਿਹੜੇ ਕਿ ਰਿਟਨ ਵੀ ਹੋ ਸਕਦੇ ਨੇ ਜਾਂ ਫਿਰ ਰਿਟਨ ਨਹੀਂ ਹੋ ਸਕਦੇ, ਜਿਸ ਨੂੰ ਕਿਸੇ ਲੈਜਿਸਲੇਟਿਵ ਬੋਡੀ ਨੇ ਬਣਾਇਆ ਹੋਵੇਗਾ ਤੇ ਉਹ ਲੀਗਲੀ ਐਨਫੋਰਸੇਬਲ ਹੋਣਗੇ, ਉਹਨਾਂ ਨੂੰ ਲਾਗੂ ਕਰਿਆ ਜਾ ਸਕਦਾ ਹੈ ਬੱਚੋਂ। ਜਿੱਦਾਂ ਕਿ ਬੱਚੋਂ ਐਗਜ਼ਾਮਪਲ ਦਿੱਤਾ ਗਿਆ ਆਪਾਂ ਨੂੰ ਇੱਥੇ, ਇਹ ਦੂਜੇ ਵਾਲਾ ਐਗਜ਼ਾਮਪਲ ਦੇਖ ਲਓ, ਆਸਾਨ ਰਹੇਗਾ। ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਕਿ ਕੋਈ ਬੰਦਾ ਕਿੱਦਾਂ ਇੰਡੀਆ ਦੀ ਸਿਟੀਜ਼ਨਸ਼ਿਪ ਲੈ ਸਕਦਾ ਹੈ, ਇਸ ਨੂੰ ਆਪਾਂ ਲੀਗਲੀ ਇੱਕ ਐਕਟ ਬਣਾਇਆ ਹੋਇਆ ਹੈ, ਲਾ ਬਣਾਇਆ ਹੋਇਆ ਹੈ ਬੱਚਿਓ। ਸੋ ਇਹ ਹੈ ਲਾ ਦੀ ਸਿੰਪਲ ਡੈਫੀਨੇਸ਼ਨ ਬੱਚਿਓ। ਦੂਜਾ ਹੈ ਬੱਚਿਓ ਪੁਆਇੰਟ ਆਪਣਾ ਆਰਡੀਨੈਂਸ। ਆਰਡੀਨੈਂਸ ਕਿਸ ਨੂੰ ਕਹਿੰਦੇ ਆ ਬੱਚਿਓ? ਟੈਂਪਰਰੀ ਲਾ ਇਸ਼ੂਡ ਬਾय ਦ ਪ੍ਰੈਜ਼ੀਡੈਂਟ ਔਰ ਗਵਰਨਰ व्हेन द लेजिस्लेचर इज नॉट इन ਸੈਸ਼ਨ ਰਿਕੁਆਇਰਸ ਲੈਜਿਸਲੇਟਿਵ ਅਪਰੂਵਲ। ਕਿ ਬੱਚਿਓ ਕੋਈ ਐਸਾ ਲਾ ਜਿਹੜਾ ਟੈਂਪਰਰੀ ਹੈ, ਪ੍ਰੈਜ਼ੀਡੈਂਟ ਤੇ ਗਵਰਨਰ ਇਸ਼ੂ ਕਰਦੇ ਨੇ ਜਦੋਂ ਪਾਰਲੀਮੈਂਟ ਜਾਂ ਲੈਜਿਸਲੇਚਰ ਸੈਸ਼ਨ ਦੇ ਵਿੱਚ ਨਹੀਂ ਹੁੰਦੀ, ਲੈਜਿਸਲੇਟਿਵ ਅਪਰੂਵਲ ਇਸ ਨੂੰ ਚਾਹੀਦਾ ਹੁੰਦਾ ਹੈ ਬੱਚਿਓ। ਆਪਾਂ ਪੜ੍ਹੇ ਨੇ ਬੱਚਿਓ, ਆਰਟੀਕਲ 123 ਹੋ ਗਿਆ, ਆਰਟੀਕਲ 213 ਹੋ ਗਿਆ। ਇਹਨਾਂ ਦੋਨਾਂ ਆਰਟੀਕਲਾਂ ਦੇ ਅੰਦਰ ਜਿਹੜਾ ਪਹਿਲੇ ਵਾਲਾ ਹੈ ਬੱਚੇ, ਇਹ ਪ੍ਰੈਜ਼ੀਡੈਂਟ ਦੇ ਲਈ ਹੈ, ਦੂਜੇ ਵਾਲਾ ਬੱਚੇ ਗਵਰਨਰ ਦੇ ਲਈ ਹੈ। ਪ੍ਰੈਜ਼ੀਡੈਂਟ ਜਾਂ ਗਵਰਨਰ ਆਰਡੀਨੈਂਸ ਇਸ਼ੂ ਕਰ ਸਕਦੇ ਨੇ। ਐਗਜ਼ਾਮਪਲ ਬੱਚੋ ਇੱਥੇ ਦਿੱਤਾ ਗਿਆ ਹੈ ਕੋਵਿਡ-19 ਦਾ ਲੋਕਡਾਊਨ ਦਾ ਆਰਡੀਨੈਂਸ ਸੀਗਾ ਬੱਚੋ ਇਹ। ਠੀਕ ਹੈ, ਜਦੋਂ ਕੋਵਿਡ-19 ਆਇਆ ਸੀਗਾ ਬੱਚੋ, ਉਸ ਟਾਈਮ ਲੋਕਡਾਊਨ ਲਗਾਉਣ ਦੇ ਲਈ ਆਰਡੀਨੈਂਸ ਇਸ਼ੂ ਕਰਿਆ ਸੀਗਾ ਗਵਰਨਮੈਂਟ ਨੇ। ਸੋ ਤੁਸੀਂ ਇਹ ਐਗਜ਼ਾਮਪਲ ਇੱਥੇ ਦੇਖ ਸਕਦੇ ਹੋ। ਨੈਕਸਟ ਸਲਾਈਡ ਬੱਚੋ ਆਪਣੀ। ਨੈਕਸਟ ਬੱਚੋ ਆਪਣੀ ਡੈਫੀਨੇਸ਼ਨ ਬਾਈ ਲਾ ਕੀ ਹੁੰਦੇ ਨੇ? ਬਾਈ ਲਾਜ਼ ਰੈਗੂਲੇਸ਼ਨਸ ਮੇਡ ਬਾਈ ਲੋਕਲ ਅਥਾਰਟੀਜ਼ ਸਬੋਰਡੀਨੇਟ ਟੂ ਸੈਂਟਰਲ ਜਾਂ ਫਿਰ ਸਟੇਟ ਲਾਜ਼। ਜਿਹੜੀਆਂ ਬੱਚੋ ਲੋਕਲ ਬੋਡੀਜ਼ ਨੇ, ਲੋਕਲ ਅਥਾਰਟੀਜ਼ ਨੇ, ਜਿਹੜੇ ਉਹ ਲਾ ਬਣਾ ਰਹੀਆਂ ਨੇ, ਰੈਗੂਲੇਸ਼ਨਸ ਬਣਾ ਰਹੀਆਂ ਨੇ ਬੱਚੋ, ਉਹਨਾਂ ਨੂੰ ਬਾਈ ਲਾਜ਼ ਕਿਹਾ ਜਾਂਦਾ ਹੈ ਬੱਚੋ। ਜਿਹੜੀਆਂ ਬੱਚੋ ਇਹ ਬੋਡੀਆਂ ਹੋਣਗੀਆਂ ਇਹ ਸੈਂਟਰਲ ਜਾਂ ਫਿਰ ਸਟੇਟ ਲਾ ਦੇ ਅੰਦਰ ਹੀ ਹੋਣਗੀਆਂ ਬੱਚੋ। ਠੀਕ ਹੈ। ਸੋ ਬੱਚੋ ਐਗਜ਼ਾਮਪਲ ਹੈ ਮੁਨਸਿਪਲ ਕੰਸਟਰਕਸ਼ਨ ਰੈਗੂਲੇਸ਼ਨਸ। ਮੁਨਸਿਪਲ ਕਾਰਪੋਰੇਸ਼ਨ ਮੁਨਸਿਪਲ ਕੰਸਟਰਕਸ਼ਨ ਰੈਗੂਲੇਸ਼ਨ ਬਣਾ ਰਹੀ ਹੈ ਬੱਚੋ, ਇਸ ਨੂੰ ਆਪਾਂ ਬਾਈ ਲਾ ਕਹਿ ਸਕਦੇ ਹਾਂ ਬੱਚੋ। ਠੀਕ ਹੈ। ਸੋ ਲੋਕਲ ਬੋਡੀਜ਼ ਦੁਆਰਾ ਬਣਾਏ ਗਏ ਲਾ ਬੱਚੋ, ਰੈਗੂਲੇਸ਼ਨ ਬੱਚੋ, ਉਸ ਨੂੰ ਬਾਈ ਲਾ ਕਿਹਾ ਜਾ ਰਿਹਾ ਹੈ। ਨੈਕਸਟ ਬੱਚੋ ਕਨਸਟੀਟਿਊਸ਼ਨ, ਸੁਪਰੀਮ ਲਾ ਆਊਟਲਾਈਨਿੰਗ ਗਵਰਨਮੈਂਟ ਸਟਰਕਚਰ ਐਂਡ ਪਾਵਰਸ। ਸਭ ਤੋਂ ਉੱਪਰ ਦਾ ਲਾ ਹੁੰਦਾ ਹੈ ਬੱਚੋ ਇਹ, ਗਵਰਨਮੈਂਟ ਦਾ ਕਿੱਦਾਂ ਦਾ ਸਟਰਕਚਰ ਹੋਵੇਗਾ, ਕੀ ਗਵਰਨਮੈਂਟ ਕੋਲੇ ਪਾਵਰ ਹੋਵੇਗੀ, ਉਹ ਸਭ ਕੁਝ ਦੱਸਦਾ ਹੈ ਬੱਚੋ। ਕਿੱਦਾਂ ਦਾ ਲੀਗਲ ਸਿਸਟਮ ਹੋਵੇਗਾ, ਇਹ ਸਾਰਾ ਕੁਝ ਇੱਕ ਬੁੱਕ ਦੇ ਅੰਦਰ ਲਿਖਿਆ ਹੁੰਦਾ ਹੈ ਬੱਚੋ, ਉਸ ਨੂੰ ਆਪਾਂ ਕਨਸਟੀਟਿਊਸ਼ਨ ਕਹਿ ਰਹੇ ਹਾਂ। ਜਿੱਦਾਂ ਕਿ ਬੱਚੋ ਕਨਸਟੀਟਿਊਸ਼ਨ ਆਫ ਇੰਡੀਆ, ਇਹਦੇ ਵਿੱਚ ਬੱਚੋ ਲਿਖਿਆ ਹੋਇਆ ਹੈ ਕਿ ਗਵਰਨਮੈਂਟ ਦਾ ਸਟਰਕਚਰ ਕਿੱਦਾਂ ਦਾ ਹੋਵੇਗਾ ਇੰਡੀਆ ਦੇ ਅੰਦਰ, ਡੈਮੋਕ੍ਰੇਸੀ ਹੋਵੇਗੀ, ਫੈਡਰਲ ਕੁਆਸੀ ਫੈਡਰਲ ਸਟਰਕਚਰ ਹੋਵੇਗਾ, ਕੀ ਪਾਵਰਾਂ ਸੈਂਟਰ ਕੋਲੇ ਨੇ, ਕੀ ਪਾਵਰਾਂ ਸਟੇਟ ਕੋਲੇ ਨੇ ਬੱਚੋ, ਇਹ ਸਾਰਾ ਕੁਝ ਲਿਖਿਆ ਹੋਇਆ ਹੈ ਬੱਚੋ। ਸੋ ਇਹ ਕਨਸਟੀਟਿਊਸ਼ਨ ਹੋ ਗਿਆ ਬੱਚੋ। ਉਸ ਤੋਂ ਬਾਅਦ ਬੱਚੋ ਰੂਲਸ ਕੀ ਹੁੰਦੇ ਨੇ? डिटेल्ड इंस्ट्रक्शंस इशूड बाय द एग्जीक्यूटिव टू इंप्लीमेंट लास। मान लो बच्चों कोई ला आ गया, ਹੁਣ ਲਾ ਨੂੰ ਬੱਚੋ ਇੰਪਲੀਮੈਂਟ ਕਿੱਦਾਂ ਕਰਿਆ ਜਾਵੇਗਾ, ਉਹਦੇ ਲਈ ਕੁਝ ਰੂਲਸ ਇੰਸਟਰਕਸ਼ਨਸ ਇਸ਼ੂ ਕਰੇ ਜਾਣਗੇ ਬੱਚੋ। ਠੀਕ ਹੈ। ਜੋ ਬੱਚੋ ਲਾ ਹੋਵੇਗਾ ਉਸ ਨੂੰ ਇੰਪਲੀਮੈਂਟ ਕਰਨ ਦੇ ਲਈ ਇੰਸਟਰਕਸ਼ਨਸ ਇਸ਼ੂ ਕਰੇ ਜਾਂਦੇ ਨੇ ਬੱਚੋ, ਉਹਨਾਂ ਨੂੰ ਕਿਹਾ ਜਾਂਦਾ ਹੈ ਰੂਲਸ। ਠੀਕ ਹੈ ਬੱਚੋ, ਯਾਦ ਰੱਖਿਓ ਇਹ। ਠੀਕ ਹੈ। ਜਿੱਦਾਂ ਕਿ ਪਾਸਪੋਰਟ ਐਪਲੀਕੇਸ਼ਨ ਰੂਲ, ਕਿ ਪਾਸਪੋਰਟ ਦੀ ਐਪਲੀਕੇਸ਼ਨ ਦੇ ਲਈ ਕੁਝ ਰੂਲਸ ਨੇ ਬੱਚੋ। ਸੋ ਇਹ ਰੂਲਸ ਹੋ ਗਏ ਬੱਚੋ, ਹੈ ਨਾ। ਇਹ ਸਬੋਰਡੀਨੇਟ ਹੁੰਦਾ ਹੈ ਟੂ ਲਾਜ਼ ਐਂਡ ਬਾਈ ਲਾਜ਼। ਬਾਈ ਲਾਜ਼ ਐਂਡ ਲਾਜ਼ ਤੋਂ ਨੀਚੇ ਆਉਂਦਾ ਹੈ ਬੱਚੋ ਰੂਲਸ ਆਪਣਾ।
ठीक है। नेक्स्ट अपना पॉइंट है बच्चों रेगुलेशंस, स्पेसिफिक एंड टेक्निकल गाइडलाइंस इशूड बाय रेगुलेटरी बॉडीज, जिद्दां कि बच्चों सेबी ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਰੈਗੂਲੇਸ਼ਨਸ ਇਸ਼ੂ ਕਰਦਾ ਹੈ ਜਿਹੜੀਆਂ ਕੰਪਨੀਆਂ ਲਿਸਟਡ ਨੇ ਉਹਨਾਂ ਦੇ ਲਈ ਕਿ ਉਹਨਾਂ ਨੇ ਕੀ ਕਰਨਾ ਹੈ, ਕਿੱਦਾਂ ਉਹਨਾਂ ਨੇ ਰਹਿਣਾ ਹੈ, ਇਹ ਰੈਗੂਲੇਸ਼ਨ ਇਸ਼ੂ ਕਰ ਰਿਹਾ ਹੈ ਬੱਚਿਓ। ਸੋ ਟੈਕਨੀਕਲ ਗਾਈਡਲਾਈਨਸ ਨੇ, ਸਪੈਸੀਫਿਕ ਗਾਈਡਲਾਈਨਸ ਨੇ ਜਿਹੜੀ ਕਿ ਰੈਗੂਲੇਟਰੀਜ਼ ਜਿਹੜੀਆਂ ਬੋਡੀਆਂ ਨੇ ਜਿਹੜੀ ਰੈਗੂਲੇਟ ਕਰ ਰਹੀਆਂ ਨੇ ਬਾਕੀਆਂ ਨੂੰ ਉਹ ਇਸ਼ੂ ਕਰ ਰਹੀਆਂ ਨੇ। ਜਿੱਦਾਂ ਬੱਚਿਓ ਇੱਕ ਐਗਜ਼ਾਮਪਲ ਤੁਹਾਨੂੰ ਮੈਂ ਹੋਰ ਸਿੰਪਲ ਦੇ ਦਿੰਦਾ ਇੱਥੇ, ਜਿੱਦਾਂ ਕਿ RBI ਹੈ ਬੱਚਿਓ ਆਪਣਾ ਰਿਜ਼ਰਵ ਬੈਂਕ ਆਫ ਇੰਡੀਆ, ਇਹ ਰੈਗੂਲੇਟਰੀ गाइडलाइंस इशू कर सकता है बैंक्स के लिए क्योंकि बच्चों RBI रेगूलेट करता है बैंक्स नू। सो बच्चों इस नू आपां कहांगे रेगुलेशंस। नेक्स्ट अपना पॉइंट है बच्चों रूल ऑफ लॉ एज डिफाइंड बाय ब्रिटिश जूरिस्ट A.V. Dicey, it asserts that law governs a nation ensuring that no individual or institution including the government is above it। ठीक है। सो बच्चों ये कह रहा है कि लॉ किसी भी कंट्री नू गवर्न करते हैं, लॉ तो ऊपर कोई भी नहीं हुंदा किसी कंट्री दे अंदर। सो की एलीमेंट की ने ला दे बच्चों, रूल ऑफ लॉ दे बच्चों ये देख लेंगे आप। ये बच्चों इत्थे देखो लास्ट लाइन है की एलीमेंट बच्चों, की एलीमेंट रूल ऑफ लॉ दे। ये नेक्स्ट स्लाइड विच देखते हैं आप हुण सुपरमेसी ऑफ लॉ, लॉ इज द हाईएस्ट अथॉरिटी, जिद्दां कि इंडिया दे अंदर है बच्चों लॉ सारिਆਂ ਦੇ ਲਈ सेम है। सैकेंड बच्चों इक्वलिटी बिफोर द लॉ, आप पढ़ते ना अंडर आर्टिकल 14 ऑल इंडिविजुअल्स आर सबजैक्ट टू द सेम लॉ, कि सारिਆਂ ਦੇ ਉੱਤੇ ਬੱਚਿਓ सेम लॉ ਲੱਗਣਗੇ, सेम लॉ ਹੀ ਹੋਵੇਗਾ ਸਾਰਿਆਂ ਦੇ ਲਈ, ਚਾਹੇ ਉਹ ਕੋਈ ਵੀ ਹੋਵੇ, ਚਾਹੇ ਉਹ ਪ੍ਰੈਸੀਡੈਂਟ ਹੋਵੇ, ਚਾਹੇ ਉਹ ਗਵਰਨਰ ਹੋਵੇ, ਚਾਹੇ ਉਹ PM ਹੋਵੇ, ਚਾਹੇ ਉਹ ਅਟਾਰਨੀ ਜਨਰਲ ਹੋਵੇ, ਚਾਹੇ ਉਹ ਕੈਗ ਹੋਵੇ, ਚਾਹੇ ਉਹ ਕੋਈ ਕਾਮਨ ਮੈਨ ਹੋਵੇ ਬੱਚਿਓ, ਸਾਰਿਆਂ ਲਈ ਸਿੰਪਲ ਲਾ ਹੋਣਗੇ ਬੱਚਿਓ। ਇਹ ਹੁੰਦਾ ਹੈ ਇਕੁਐਲਿਟੀ ਬਿਫੋਰ ਦਾ ਲਾ। नैक्सट पॉइंट है बच्चों अकाउंटेबिलिटी, गवर्नमेंट एक्शनस मस्ट बी लीगली जस्टिफाइड, कि ਜਿਹੜੇ गवर्नमेंट एक्शन ले रही है बच्चों वो लीगली जस्टिफाइड होने चाहिए, वो एज पर ला होने चाहिए, इलीगल ना होण बच्चों, उसनों आपां कहने आ अकाउंटेबिलिटी। लीगल सर्टेनिटी, लाज मस्ट बी क्लीयर पब्लिक एंड स्टेबल, कि ਜਿਹੜੇ ਲਾ बनाए गए ने गवर्नमेंट ਦੇ ਦੁਆਰਾ ਉਹ क्लीयर होण, साफ साफ लिखिया होवे, पब्लिक होण कि सारी पब्लिक ਦੇ ਉੱਤੇ सेम ਅਪਲਾਈ ਹੋਣ ਤੇ ਪਬਲਿਕਲੀ ਲੋਕ ਉਹਨਾਂ ਨੂੰ ਦੇਖ ਸਕਣ, ਪੜ੍ਹ ਸਕਣ ਕਿ ਕਿੱਦਾਂ ਇਹ ਬਣਾਏ ਗਏ ਨੇ ਤੇ ਕੀ ਲਾ ਨੇ, ਤੇ ਸਟੇਬਲ ਤੇ ਇਹ ਨਾ ਹੋਵੇ ਕਿ ਚੇਂਜ ਹੁੰਦੇ ਰਹਿਣ, ਸਟੇਬਲ ਹੋਣ। ਠੀਕ ਹੈ। नेक्स्ट है बच्चों पॉइंट अपना सुप्रीम कोर्ट, द सुप्रीम कोर्ट ऑफ इंडिया रिकॉग्नाइजेस द रूल ऑफ लॉ एज अ बेसिक स्ट्रक्चर ऑफ द कॉन्स्टिट्यूशन मेकिंग इट इम्परवियस टू अमेंडमेंट्स। ये बच्चों जो आप ऊपर पढ़े ने 4 पॉइंट, ये सारे रूल ऑफ लॉ के की एलीमेंट ने, ਤੇ ਸੁਪਰੀਮ ਕੋਰਟ ਨੇ ਬੱਚਿਓ ਇਹ ਕਿਹਾ ਹੈ ਕਿ ਰੂਲ ਆਫ ਲਾ ਬੇਸਿਕ ਸਟਰਕਚਰ ਹੈ ਕਨਸਟੀਟਿਊਸ਼ਨ ਦਾ। ਇਹ UPSC 2018 ਦੇ ਵਿੱਚ ਬੱਚਿਓ ਪੁੱਛਿਆ ਵੀ ਗਿਆ ਹੈ, ਮਤਲਬ ਕੁਐਸਚਨ ਆਇਆ ਹੋਇਆ ਬੱਚਿਓ। ਤੇ ਬੇਸਿਕ ਸਟਰਕਚਰ ਦੀ ਗੱਲ ਤੁਹਾਨੂੰ ਮੈਂ ਦੱਸੀ ਹੋਈ ਹੈ ਬੱਚਿਓ ਕਿ 1973 ਦੇ ਵਿੱਚ ਇੱਕ ਕੇਸ ਆਇਆ ਸੀਗਾ ਜਿਸ ਦਾ ਨਾਮ ਸੀਗਾ ਕੇਸਵ ਨੰਦਾ ਭਾਰਤੀ ਕੇਸ। ਉਹਦੇ ਵਿੱਚ ਇਹ ਜਿਹੜੀ ਡਾਕਟਰੀਨ ਹੈ ਬੇਸਿਕ ਸਟਰਕਚਰ ਆਫ ਕਨਸਟੀਟਿਊਸ਼ਨ ਇਹ ਸਾਹਮਣੇ ਆਏ ਸੀਗੇ ਬੱਚਿਓ। ਸੁਪਰੀਮ ਕੋਰਟ ਨੇ ਇਹ ਕਿਹਾ ਸੀਗਾ ਕਿ ਬੇਸਿਕ ਸਟਰਕਚਰ ਨੂੰ ਪਾਰਲੀਮੈਂਟ ਚੇਂਜ ਨਹੀਂ ਕਰ ਸਕਦੀ, ਅਮੈਂਡ ਨਹੀਂ ਕਰ ਸਕਦੀ, ਤੇ ਬੇਸਿਕ ਸਟਰਕਚਰ ਕੀ ਹੋਵੇਗਾ ਇਹ ਸੁਪਰੀਮ ਕੋਰਟ ਦੱਸਦਾ ਹੈ ਬੱਚਿਓ। ਤੇ ਬੇਸਿਕ ਸਟਰਕਚਰ ਉਹਨਾਂ ਪਾਰਟਸ ਨੂੰ, ਉਹਨਾਂ ਪ੍ਰੋਵੀਜ਼ਨਸ ਨੂੰ, ਉਹਨਾਂ ਆਰਟੀਕਲਸ ਨੂੰ ਕਿਹਾ ਜਾਂਦਾ ਹੈ ਬੱਚਿਓ ਜਿਹੜੇ ਕਿ ਇੰਡੀਆ ਦੇ ਕਨਸਟੀਟਿਊਸ਼ਨ ਦੇ ਕੋਰ ਆਰਟੀਕਲਸ ਨੇ, ਕੋਰ ਪ੍ਰਿੰਸੀਪਲ ਨੇ, ਕੋਰ ਬੇਸਿਕ ਜਿਹੜੇ ਹੈਗੇ ਨੇ ਬੱਚਿਓ ਪ੍ਰਿੰਸੀਪਲ ਆਰਟੀਕਲਸ, ਉਹਨਾਂ ਤੋਂ ਬਗੈਰ ਕਨਸਟੀਟਿਊਸ਼ਨ ਜਿਹੜਾ ਆਪਣਾ ਹੈਗਾ ਉਹ ਸਰਵਾਈਵ ਨਹੀਂ ਕਰ ਸਕਦਾ, ਉਹਨਾਂ ਨੂੰ ਬੇਸਿਕ ਸਟਰਕਚਰ ਦੀ ਡੈਫੀਨੇਸ਼ਨ ਦੇ ਵਿੱਚ ਲਿਆ ਗਿਆ ਹੈ ਬੱਚਿਓ। ਠੀਕ ਹੈ ਜੀ। ਸੋ ਇਹ ਸੀਗਾ ਆਪਣਾ ਰੂਲ ਆਫ ਲਾ ਦੇ ਬਾਰੇ। ਨੈਕਸਟ ਪੁਆਇੰਟ ਦੇਖਦੇ ਹਾਂ ਬੱਚਿਓ constitutionalism. According to Frederick, constitutionalism ensures that the government operates within set rules promoting fairness and accountability. ਇਹ ਕਹਿ ਰਿਹਾ ਬੱਚੋ constitutionalism ਕਿਹਾ ਜਾਵੇਗਾ ਜਦੋਂ ਗਵਰਨਮੈਂਟ ਜਿਹੜੀ ਹੈਗੀ ਹੈ ਉਹ ਰੂਲਸ ਅਕੋਰਡਿੰਗ ਕੰਮ ਕਰੇਗੀ, ਫੇਅਰਨੈਸ ਸਾਰਿਆਂ ਦੇ ਲਈ ਇਕੁਅਲ ਰੂਲ ਰੱਖੇਗੀ ਬੱਚੋ, ਅਕਾਊਂਟੇਬਲ ਰਹੇਗੀ ਬੱਚੋ, ਹੈ ਨਾ, ਜਵਾਬਦੇਹ ਰਹੇਗੀ ਬੱਚੋ। ਸੋ ਉਸ ਨੂੰ ਕਹਾਂਗੇ ਆਪਾਂ ਬੱਚੋ constitutionalism. The primary purpose of a constitution is to provide a framework for government, कि constitution ਦਾ ਮੇਨ ਕੰਮ ਹੁੰਦਾ ਹੈ ਬੱਚੋ ਗਵਰਨਮੈਂਟ ਦੇ ਲਈ ਫਰੇਮਵਰਕ ਪ੍ਰੋਵਾਈਡ ਕਰਨਾ, determining its nature and form, ਕਿੱਦਾਂ ਦੀ ਗਵਰਨਮੈਂਟ ਹੋਵੇਗੀ ਇਹ ਡਿਟਰਮਾਈਨ ਕਰਨਾ। as the fundamental law of the state it outlines the responsibility of the executive, ਕਿ ਬੱਚੋ ਜਿਹੜਾ constitution ਹੁੰਦਾ ਹੈ
ਉਹ ਉਸ ਦਾ ਕੰਮ ਹੁੰਦਾ ਹੈ ਬੱਚੋ ਐਗਜ਼ੀਕਿਊਟਿਵ ਦੀ ਰਿਸਪੌਂਸਿਬਿਲਿਟੀ ਦੱਸਣਾ, ਲੈਜਿਸਲੇਚਰ ਦੀ ਰਿਸਪੌਂਸਿਬਿਲਿਟੀ ਦੱਸਣਾ, ਜੁਡੀਸ਼ਰੀ ਦੀ ਰਿਸਪੌਂਸਿਬਿਲਿਟੀ ਦੱਸਣਾ। ਇਹ ਤਿੰਨੇ ਔਰਗਨ ਬੱਚੋ ਆਪਾਂ ਪੜ੍ਹੇ ਹੋਏ ਆ। ਐਗਜ਼ੀਕਿਊਟਿਵ ਦਾ ਕੰਮ ਕੀ ਹੈ, ਲੈਜਿਸਲੇਚਰ ਦਾ ਕੰਮ ਕੀ ਹੈ, ਜੁਡੀਸ਼ਰੀ ਦਾ ਕੰਮ ਕੀ ਹੈ ਬੱਚੋ, ਇਹ ਆਪਾਂ ਕਰਿਆ ਹੋਇਆ ਹੈ। ਜੇ ਕਿਸੇ ਨੂੰ ਯਾਦ ਹੋਵੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਬੱਚੋ। ਕਲਾਸ ਦੇ ਵਿੱਚ ਇਨਵੋਲਵ ਹੋਣਾ ਹੈ ਬੱਚੋ। ਕੋਈ ਵੀ ਡਾਊਟ ਹੁੰਦਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਲਿਖਣਾ ਹੈ। ਕੋਈ ਵੀ ਚੀਜ਼ ਸਮਝ ਨਹੀਂ ਆਉਂਦੀ ਉਸ ਨੂੰ ਲਿਖੋ, ਫਿਰ ਆਪਾਂ ਉਸ ਨੂੰ ਹੋਰ ਅੱਛੇ ਤਰੀਕੇ ਨਾਲ ਦੁਬਾਰਾ ਐਕਸਪਲੇਨ ਕਰਾਂਗੇ। ਇਹ ਤੁਹਾਡਾ ਹੀ ਚੈਨਲ ਹੈ ਬੱਚੋ, ਜੋ ਵੀ ਪੁੱਛਣਾ ਹੋਵੇ ਇੱਥੇ ਤੁਸੀਂ ਕੁਝ ਵੀ ਪੁੱਛ ਸਕਦੇ ਹੋ। ਇੱਥੇ ਆਪਣੇ ਕੋਲੇ ਕੋਈ ਵੀ ਬਾਉਂਡੇਸ਼ਨ ਨਹੀਂ ਹੈਗੀ ਕਿ ਆਪਾਂ ਇਹ ਨਹੀਂ ਕਰਾਉਣਾ ਉਹ ਨਹੀਂ ਕਰਾਉਣਾ। ਇੱਥੇ ਆਪਾਂ ਬੱਚੋ ਆਪਣੀ ਸਟੱਡੀ ਦੇ ਅਨੁਸਾਰ ਕੁਝ ਵੀ ਕਰਾ ਸਕਦੇ ਹਾਂ ਬੱਚਿਓ। ਸੋ ਇਸ ਕਰਕੇ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਲਿਖਿਆ ਕਰੋ, ਤੁਹਾਡੇ ਲਈ ਹੀ ਹੈ ਉਹ। ਜੇ ਅੱਛਾ ਲਗੇ ਫਿਰ ਵੀ, ਬੁਰਾ ਲਗੇ ਫਿਰ ਵੀ। ਸੋ ਬੱਚਿਓ नेक्स्ट है द लेजिस्लेचर मेक्स लॉज इन अकॉर्डेंस विद द लिमिट्स एंड डायरेक्शंस प्रोवाइडेड बाय द कॉन्स्टिट्यूशन। कि बच्चों जी लेजिस्लेचर है जिसका काम है कानून बनाना, वो ਜਿਹੜੀ ਲਿਮਿਟਸ ਦਸੀਆਂ ਗਈਆਂ ਨੇ, ਜਿਹੜੀ ਡਾਇਰੈਕਸ਼ਨ ਦਸੀਆਂ ਗਈਆਂ ਨੇ ਕੌਂਸਟੀਟਿਊਸ਼ਨ ਦੇ ਦੁਆਰਾ, ਉਸ ਦੇ ਅਨੁਸਾਰ ਹੀ ਲਾ ਬਣਾ ਸਕਦਾ ਹੈ। ਠੀਕ ਹੈ, यूपीएससी 2023 ਦੇ ਵਿੱਚ ਪੁੱਛਿਆ ਗਿਆ ਕੁਐਸਚਨ ਹੈ ਬੱਚਿਓ, ਸੋ ਯਾਦ ਰੱਖਿਓ। ਆਪਾਂ ਇਸ ਲੈਵਲ ਦੀ ਹੀ ਪੋਲਿਟੀ ਕਰ ਰਹੇ ਹਾਂ ਬੱਚਿਓ। ਹੁਣ ਮੈਂ ਤੁਹਾਨੂੰ ਕਿਹਾ ਹੈ ਨਾ ਡੈਪਥ ਦੇ ਵਿੱਚ ਕਰਾਂਗੇ, ਸੋ ਇਸ ਲੈਵਲ ਦੀ ਬੱਚਿਓ ਕਰ ਰਹੇ ਹਾਂ ਆਪਾਂ, यूपीएससी ਲੈਵਲ ਦੀ। ਨੈਕਸਟ ਸਲਾਈਡ ਬੱਚਿਓ ਆਪਣੀ, ਇਹ ਦੇਖੋ ਬੱਚਿਓ 8 प्रिंसिपल्स ऑफ कॉन्स्टिट्यूशनलिज्म। कि कॉन्स्टिट्यूशनलिज्म कि कॉन्स्टिट्यूशन के अनुसार चल रही है गवर्नमेंट, है ना। सो बच्चों इस ते 8 प्रिंसिपल ਆਪਾਂ ਨੂੰ ਇੱਥੇ ਦਿੱਤੇ ਗਏ ਨੇ, ਜਿੱਦਾਂ ਕਿ ਬੱਚਿਓ ਰੂਲ ਆਫ ਲਾ ਹੁਣੀ ਪੜ੍ਹ ਕੇ ਆਏ ਆਪਾਂ ਬੱਚਿਓ, ਹੈ ਨਾ। ਐਨ ਇੰਡੀਪੈਂਡੈਂਟ ਜੁਡੀਸ਼ਰੀ ਹੋਵੇਗੀ ਜਿੱਥੇ ਕੌਂਸਟੀਟਿਊਸ਼ਨ ਦੇ ਅਨੁਸਾਰ ਗਵਰਨਮੈਂਟ ਚੱਲ ਰਹੀ ਹੋਵੇਗੀ। ਸਪਰੇਸ਼ਨ ਆਫ ਪਾਵਰ ਹੋਵੇਗਾ ਬੱਚਿਓ, ਜਿੱਦਾਂ ਕਿ ਇੰਡੀਆ ਦੇ ਅੰਦਰ ਹੈਗਾ ਇਹ ਬੱਚਿਓ, ਐਗਜ਼ੀਕਿਊਟਿਵ ਦੀ ਅਲੱਗ ਪਾਵਰ ਹੈ, ਜੁਡੀਸ਼ਰੀ ਦੀ ਅਲੱਗ ਪਾਵਰ ਹੈ, ਲੈਜਿਸਲੇਚਰ ਦੀ ਅਲੱਗ ਪਾਵਰ ਹੈ ਨਾ। ਚੈੱਕ ਐਂਡ ਬੈਲੈਂਸ ਹੈ ਇੰਡੀਆ ਦੇ ਅੰਦਰ। ਸਿਵਿਲੀਅਨ ਓਵਰਸਾਈਟ ਆਫ ਦਾ ਮਿਲਟਰੀ, ਕਿ ਜਿਹੜੀ ਬੱਚਿਓ ਮਿਲਟਰੀ ਹੈ ਉਸ ਨੂੰ ਸਿਵਿਲੀਅਨ ਓਵਰਸਾਈਟ ਹੈ ਬੱਚਿਓ, ਮਤਲਬ ਕਿ ਗਵਰਨਮੈਂਟ ਕੰਟਰੋਲ ਕਰ ਰਹੀ ਹੈ। ਐਡਹੈਰੈਂਸ ਟੂ ਇੰਡੀਵਿਜੂਅਲ ਰਾਈਟਸ, ਸਾਰਿਆਂ ਕੋਲੇ ਇੰਡੀਵਿਜੂਅਲ ਰਾਈਟ ਨੇ ਇੰਡੀਆ ਦੇ ਵਿੱਚ ਹੈਗੇ ਨਾ ਬੱਚਿਓ, ਫੰਡਾਮੈਂਟਲ ਰਾਈਟ ਅੰਡਰ ਪਾਰਟ 3। पुलिस गवर्नड बाय लीगल एंड जुडिशियल कंट्रोल, पुलिस भी बच्चों काम कर रही है लेकिन पुलिस ਨੂੰ ਵੀ ਗਵਰਨ ਕਰ ਰਹੇ ਨੇ ਲਾਸ ਤੇ ਜੁਡੀਸ਼ਰੀ ਕੰਟਰੋਲ ਕਰ ਰਹੀ ਹੈ ਬੱਚਿਓ ਪੁਲਿਸ ਨੂੰ, ਕਿਉਂਕਿ ਪੁਲਿਸ ਡਾਇਰੈਕਟਲੀ ਸਜ਼ਾ ਨਹੀਂ ਦੇ ਸਕਦੀ ਨਾ। ਪੁਲਿਸ ਕੋਈ ਵੀ ਕ੍ਰਾਈਮ ਨੂੰ ਇਨਵੈਸਟੀਗੇਟ ਕਰ ਸਕਦੀ ਹੈ ਲੇਕਿਨ ਐਂਡ ਤੇ ਫੈਸਲਾ ਦਊਗੀ ਬੱਚਿਓ ਜੁਡੀਸ਼ਰੀ। ਨੈਕਸਟ ਪੁਆਇੰਟ ਬੱਚਿਓ ਡੈਮੋਕ੍ਰੈਟਿਕ ਗਵਰਨੈਂਸ विद रिस्पोंसिबिलिटी एंड अकाउंटेबिलिटी। इंडिया के अंदर बच्चों डेमोक्रेटी है, डेमोक्रेटिक तरीके नाल गवर्नेंस चल रही है। रिस्पोंसिबिलिटी है गवर्नमेंट की, तो गवर्नमेंट की जवाबदेही भी है, अकाउंटेबिलिटी भी है। गवर्नमेंट नूं डिफरेंट तरह के क्वेश्चन पूछे जाते हैं जदों पार्लीमेंट का सैसन चलता है ना। आप पढ़े नहीं बच्चों, क्वेश्चन होर हो गया, जीरो होर हो गया, एजेंडा ऑफ द डे हो गया, स्टार्ड क्वेश्चन हो गए, अनस्टार्ड क्वेश्चन हो गए, शॉर्ट नोटिस क्वेश्चन हो गए। सो सब कुछ जवाबदेही है ना गवर्नमेंट की, ये सारा कुछ अकाउंटेबिलिटी विच आपां लिख सकते हैं जो भी आप किसी एग्जाम में लिखांगे। पॉपुलर सोवरनिटी, कि इंडिया सोवरन कंट्री है बच्चों, ये आपां नूं पता ही है क्योंकि अपने अफेयर्स आपां अपने आप ही हैंडल करते हैं बच्चों। सो ये कुछ प्रिंसीपल सीगे बच्चों, ये भी आपां डिस्कस कर ले। ये सारा कुछ तुहानूं PDF विच मिल जूगा। मैनूं दस दिओ तुहानूं PDF चाहिदी होवे, कमेंट सैक्शन विच एक बार कमेंट छੱਡ ਦਿਆ ਕਰੋ ਬੱਚੋ, ਫਿਰ ਤੁਹਾਨੂੰ ਸਾਰਾ ਕੁਝ ਇਹ ਮਿਲਦਾ ਰਹੂਗਾ ਨਾਲ ਹੀ। ਨੈਕਸਟ ਸਲਾਈਡ ਬੱਚੋ ਆਪਣੀ। ਨੈਕਸਟ ਹੈ ਬੱਚੋ ਕੌਂਸਟੀਟਿਊਸ਼ਨ ਵਰਸਸ ਕੌਂਸਟੀਟਿਊਸ਼ਨਲਿਜ਼ਮ, ਦੋਨਾਂ ਵਿੱਚ ਫਰਕ ਕੀ ਹੈ। ਕੌਂਸਟੀਟਿਊਸ਼ਨ ਸੰਵਿਧਾਨ ਬੱਚੋ, ਕੌਂਸਟੀਟਿਊਸ਼ਨਲਿਜ਼ਮ ਜਿੱਥੇ ਸੰਵਿਧਾਨ ਦਾ ਪਾਲਨ ਕਰਿਆ ਜਾ ਰਿਹਾ ਹੋਵੇ, ਸੰਵਿਧਾਨ ਨਾਲ ਹੀ ਸਭ ਕੁਝ ਚੱਲ ਰਿਹਾ ਹੋਵੇ ਬੱਚੋ। ਸੋ ਅ ਕੰਟਰੀ ਕੈਨ ਹੈਵ ਏ ਕੌਂਸਟੀਟਿਊਸ਼ਨ, ਇੱਕ ਕੰਟਰੀ ਦੇ ਅੰਦਰ ਬੱਚੋ ਕੌਂਸਟੀਟਿਊਸ਼ਨ ਹੋ ਸਕਦਾ ਹੈ ਬਟ ਮੇ ਲੈਕ ट्रू कॉन्स्टिट्यूशनलिज्म, बट वो कंट्री कॉन्स्टिट्यूशन ਨੂੰ ਮੰਨ ਰਹੀ ਹੋਵੇ ਇਹ ਜ਼ਰੂਰੀ ਥੋੜੀ ਨਾ ਹੈ। फॉर इंस्टांस अ डिक्टेटरशिप माइट हैव ए कॉन्स्टिट्यूशन दैट इज नॉट फॉलोड, मतलब कि बच्चों मान लो कोई कंट्री है, ਆਪਾਂ एग्जाम्पल ले लिए पाकिस्तान का एग्जाम्पल ले लेने बच्चों, है ना। एक मिनट बच्चों की हो गया ये, हाँ ਆਪਾਂ बच्चों पाकिस्तान का एग्जाम्पल ले लेने ये ही ना। हाँ कि पाकिस्तान के अंदर मान लो बच्चों कॉन्स्टिट्यूशन है ना, लेकिन मान लो कि पाकिस्तान के अंदर डिक्टेटरशिप चल रही है। डिक्टेटरशिप होंदी है बच्चों जो किसी एक बंदे के हथ में पावर होंदी है, बस वो अपनी ही चलाता है बच्चों, वो किसी दी नहीं सुनता, वो सारे कानून सारे ला अपने हिसाब नाल बनाता है बच्चों। सो मान लो बच्चों कि पाकिस्तान के अंदर कॉन्स्टिट्यूशन का बनया होया है लेकिन एक बंदा ऐसा है जो सारा कुछ अपने तरीके नाल कर रहा है। सो बच्चों एक कॉन्स्टिट्यूशन है
कॉन्स्टिट्यूशन हैगा है, लेकिन डिक्टेटरशिप भी तो है बच्चों। कॉन्स्टिट्यूशन बना के रखा हुआ है, कोई दिक्कत नहीं, लेकिन डिक्टेटर जेड़ा उन्हें करना है सिर्फ ਉਹੀ कर रहा है। सो बच्चों कहने ਦਾ मतलब ਇਹ ਹੈ ਕਿ ਕੌਨਸਟੀਟਿਊਸ਼ਨ ਹੋਣ ਦੇ ਨਾਲ ਕੌਨਸਟੀਟਿਊਸ਼ਨ ਆਪਣੇ ਆਪ ਇੰਪਲੀਮੈਂਟ ਨਹੀਂ ਹੁੰਦਾ, ਠੀਕ ਹੈ। ਉਸ ਤੋਂ ਬਾਅਦ ਬੱਚੋ ਨੈਕਸਟ ਹੈ ਆਪਣਾ ਟਾਈਪ ਆਫ ਕੌਨਸਟੀਟਿਊਸ਼ਨ। ਕਿੰਨੇ ਤਰ੍ਹਾਂ ਦੇ ਕੌਨਸਟੀਟਿਊਸ਼ਨ ਹੋ ਸਕਦੇ ਨੇ ਬੱਚੋ। ਸਭ ਤੋਂ ਪਹਿਲਾਂ ਬੱਚੋ ਰਿਟਨ ਕੌਨਸਟੀਟਿਊਸ਼ਨ, ਜਿੱਦਾਂ ਕਿ ਆਪਣਾ ਕੌਨਸਟੀਟਿਊਸ਼ਨ ਹੈ ਬੱਚੋ, ਹਨਾ। ਅ ਫਾਰਮਲ ਡਾਕੂਮੈਂਟ ਆਊਟਲਾਈਨਿੰਗ ਗਵਰਨਮੈਂਟ ਸਟਰਕਚਰ ਐਂਡ ਸਿਟੀਜ਼ਨ ਰਾਈਟਸ, ਕਿ ਐਸਾ ਡਾਕੂਮੈਂਟ ਹੈ ਬੱਚੋ ਜਿਹਦੇ ਵਿੱਚ ਗਵਰਨਮੈਂਟ ਦਾ ਸਟਰਕਚਰ ਦੱਸਿਆ ਹੋਏ, ਕਿੱਦਾਂ ਦੀ ਗਵਰਨਮੈਂਟ ਹੋਵੇਗੀ, ਤੇ ਸਿਟੀਜ਼ਨਸ ਦੇ ਰਾਈਟ ਦੱਸੇ ਹੋਏ ਨੇ ਬੱਚੋ। ਐਗਜ਼ਾਮਪਲ ਬੱਚੋ ਇੱਥੇ ਦਿੱਤਾ ਗਿਆ ਹੈ ਯੂਐਸ ਕੌਨਸਟੀਟਿਊਸ਼ਨ ਦਾ, ਤੁਸੀਂ ਇੰਡੀਅਨ ਕੌਨਸਟੀਟਿਊਸ਼ਨ ਦਾ ਐਗਜ਼ਾਮਪਲ ਵੀ ਇੱਥੇ ਦੇ ਸਕਦੇ ਹੋ ਬੱਚੋ। ਨੈਕਸਟ ਹੈ ਬੱਚੋ ਅਨਰਿਟਨ ਕੌਨਸਟੀਟਿਊਸ਼ਨ। ਇਹ ਤੁਹਾਨੂੰ ਮੈਂ ਕਿੰਨੀ ਵਾਰ ਦੱਸਿਆ ਹੈ ਕਲਾਸਾਂ ਦੇ ਵਿੱਚ ਕਿ ਕੰਪੋਜ਼ਡ ਆਫ ਵੇਰੀਅਸ ਸੋਰਸਸ ਲਾਈਕ ਸਟੈਟਿਊਟਸ ਐਂਡ ਟ੍ਰੈਡੀਸ਼ਨਸ ਨੋਟ ਇਨ ਅ ਸਿੰਗਲ ਡਾਕੂਮੈਂਟ। ਜਿੱਦਾਂ ਕਿ ਬੱਚੋ ਯੂਕੇ ਦਾ ਕੌਨਸਟੀਟਿਊਸ਼ਨ ਹੈ, ਯੂਕੇ ਦਾ ਕੌਨਸਟੀਟਿਊਸ਼ਨ ਬੱਚੋ ਲਿਖਿਆ ਹੋਇਆ ਨਹੀਂ ਹੈਗਾ, ਅਨਰਿਟਨ ਹੈ ਬੱਚੋ। ਉੱਥੇ ਟ੍ਰੈਡੀਸ਼ਨ ਨੇ, ਕਨਵੈਨਸ਼ਨਾਂ ਨੇ, ਰਿਵਾਜ ਚੱਲੇ ਹੋਏ ਨੇ, ਕਨਵੈਨਸ਼ਨਾਂ ਅਨਰਿਟਨ ਰੂਲ ਨੇ ਬੱਚੋ, ਉਹਨਾਂ ਨੂੰ ਹੀ ਮੰਨਿਆ ਜਾ ਰਿਹਾ ਹੈ ਉੱਥੇ, ਹਨਾ। ਸੋ ਬੱਚੋ ਉਹ ਅਨਰਿਟਨ ਕੌਨਸਟੀਟਿਊਸ਼ਨ ਹੈ। ਐਗਜ਼ਾਮਪਲ ਆ ਗਿਆ ਯੂਕੇ ਦਾ ਕੌਨਸਟੀਟਿਊਸ਼ਨ। ਥਰਡ ਪੁਆਇੰਟ ਹੈ ਬੱਚੋ ਆਪਣਾ ਫਲੈਕਸੀਬਲ ਕੌਨਸਟੀਟਿਊਸ਼ਨ। ਫਲੈਕਸੀਬਲ ਕੌਨਸਟੀਟਿਊਸ਼ਨ ਬੱਚੋ ਉਹ ਹੁੰਦਾ ਹੈ ਜਿਸ ਨੂੰ ਈਜ਼ੀਲੀ ਅਮੈਂਡ ਕਰਿਆ ਜਾ ਸਕੇ, ਈਜ਼ੀਲੀ ਚੇਂਜ ਕਰਿਆ ਜਾ ਸਕੇ। ਹੁਣ ਬੱਚੋ ਤੁਸੀਂ ਦਿਮਾਗ ਲਗਾਓ, ਈਜ਼ੀਲੀ ਕਿਸ ਨੂੰ ਚੇਂਜ ਕਰਿਆ ਜਾ ਸਕੇਗਾ, ਜਿਹੜਾ ਲਿਖਿਆ ਹੋਇਆ ਨਹੀਂ ਹੋਵੇਗਾ। ਸੋ ਐਗਜ਼ਾਮਪਲ ਕੀ ਆ ਜਾਏਗਾ ਬੱਚੋ, ਬ੍ਰਿਟਿਸ਼ ਕੌਨਸਟੀਟਿਊਸ਼ਨ, ਠੀਕ ਹੈ। ਫਲੈਕਸੀਬਲ, ਈਜ਼ੀਲੀ ਚੇਂਜ ਕਰਿਆ ਜਾ ਸਕਦਾ ਹੈ, ਅਮੈਂਡ ਕਰਿਆ ਜਾ ਸਕਦਾ ਹੈ। ਐਗਜ਼ਾਮਪਲ ਆ ਗਿਆ ਬ੍ਰਿਟੇਨ ਦਾ ਕੌਨਸਟੀਟਿਊਸ਼ਨ, ਬ੍ਰਿਟਿਸ਼ ਕੌਨਸਟੀਟਿਊਸ਼ਨ। ਰਿਜਿਡ ਬੱਚੋ, ਰਿਜਿਡ ਬੱਚੋ ਉਹ ਕੌਨਸਟੀਟਿਊਸ਼ਨ ਹੁੰਦਾ ਹੈ ਜਿਸ ਨੂੰ ਅਮੈਂਡ ਕਰਨਾ ਬਹੁਤ ਹੀ ਜ਼ਿਆਦਾ ਟਫ ਹੋਵੇ, ਕੰਪਲੈਕਸ ਹੋਵੇ ਬੱਚੋ, ਉਸ ਨੂੰ ਆਪਾਂ ਰਿਜਿਡ ਕਹਾਂਗੇ ਬੱਚੋ। ਇੱਥੇ ਬੱਚੋ ਐਗਜ਼ਾਮਪਲ ਆ ਜਾਏਗਾ ਯੂਐਸ ਦਾ ਕੌਨਸਟੀਟਿਊਸ਼ਨ। ਯੂਐਸ ਦੇ ਕੌਨਸਟੀਟਿਊਸ਼ਨ ਨੂੰ ਚੇਂਜ ਕਰਨਾ ਬੱਚੋ ਬਹੁਤ ਜ਼ਿਆਦਾ ਟਫ ਹੈ, ਠੀਕ ਹੈ। ਨੈਕਸਟ ਪੁਆਇੰਟ ਹੈ ਬੱਚੋ ਫੈਡਰਲ ਕੌਨਸਟੀਟਿਊਸ਼ਨ। ਫੈਡਰਲ ਕੌਨਸਟੀਟਿਊਸ਼ਨ ਬੱਚੋ ਉਹ ਹੁੰਦਾ ਹੈ ਜਿਹਦੇ ਵਿੱਚ ਪਾਵਰਾਂ ਨੂੰ ਡਿਵਾਈਡ ਕਰਿਆ ਹੋਵੇ ਸੈਂਟਰਲ ਤੇ ਰੀਜਨਲ ਗਵਰਨਮੈਂਟ ਦੇ ਵਿੱਚ। ਸੈਂਟਰ ਸਟੇਟਾਂ ਵਿੱਚ ਬੱਚੋ ਜਦੋਂ ਪਾਵਰਾਂ ਨੂੰ ਆਪਾਂ ਡਿਵਾਈਡ ਕਰ ਦਾਂਗੇ ਕਿ ਇਹ ਪਾਵਰ ਸੈਂਟਰ ਕੋਲੇ ਹੈ, ਇਹ ਪਾਵਰ ਸਟੇਟਾਂ ਕੋਲੇ ਹੈ। ਸੋ ਬੱਚੋ ਉਹ ਕੀ ਬਣ ਜਾਏਗਾ, ਫੈਡਰਲ ਕੌਨਸਟੀਟਿਊਸ਼ਨ ਬਣ ਜਾਏਗਾ ਬੱਚੋ। ਐਗਜ਼ਾਮਪਲ ਯੂਐਸ ਐਂਡ ਜਰਮਨੀ। ਨੈਕਸਟ ਬੱਚੋ ਯੂਨਾਈਟਰੀ ਕੌਨਸਟੀਟਿਊਸ਼ਨ। ਯੂਨਾਈਟਰੀ ਬੱਚੋ ਉਹ ਹੁੰਦਾ ਹੈ ਜਿੱਥੇ ਜ਼ਿਆਦਾ ਪਾਵਰ ਹੁੰਦੀ ਹੈ ਸੈਂਟਰ ਦੇ ਕੋਲੇ, ਸੈਂਟਰਲਾਈਜ਼ਸ ਪਾਵਰ ਇਨ ਵਨ ਗਵਰਨਮੈਂਟ। ਸੋ ਬੱਚੋ ਜ਼ਿਆਦਾ ਪਾਵਰ ਕਿਹਦੇ ਕੋਲੇ ਹੋਵੇਗੀ, ਸੈਂਟਰ ਕੋਲੇ। ਸੋ ਐਗਜ਼ਾਮਪਲ ਹੈ ਬੱਚੋ ਯੂਕੇ ਦਾ ਕੌਨਸਟੀਟਿਊਸ਼ਨ। ਨੈਕਸਟ ਪੁਆਇੰਟ ਹੈ ਬੱਚੋ ਪ੍ਰੈਸੀਡੈਂਸ਼ੀਅਲ ਕੌਨਸਟੀਟਿਊਸ਼ਨ। ਇਹਦੇ ਵਿੱਚ ਬੱਚੋ ਕੀ ਹੋਵੇਗਾ, ਸਪਰੇਟਸ ਐਗਜ਼ੀਕਿਊਟਿਵ ਐਂਡ ਲੈਜਿਸਲੇਟਿਵ ਬ੍ਰਾਂਚਸ, ਕਿ ਐਗਜ਼ੀਕਿਊਟਿਵ ਅਲੱਗ ਹੈ, ਲੈਜਿਸਲੇਟਿਵ ਅਲੱਗ ਹੈ। ਦਾ ਪ੍ਰੈਸੀਡੈਂਟ ਇਜ਼ ਬੋਥ ਹੈਡ ਆਫ ਸਟੇਟ ਐਂਡ ਗਵਰਨਮੈਂਟ, ਜਿੱਦਾਂ ਕਿ ਬੱਚੋ ਯੂਐਸ ਦੇ ਵਿੱਚ ਹੈ। ਯੂਐਸ ਦੇ ਵਿੱਚ ਬੱਚੋ ਕੀ ਹੈ, ਉੱਥੇ ਪ੍ਰੈਸੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਹੈ, ਮਤਲਬ ਕਿ ਸਾਰੀ ਪਾਵਰ ਪ੍ਰੈਸੀਡੈਂਟ ਕੋਲੇ ਹੈ, ਠੀਕ ਹੈ। ਸੋ ਐਗਜ਼ੀਕਿਊਟਿਵ ਉੱਥੇ ਬੱਚੋ ਅਲੱਗ ਹੈ, ਲੈਜਿਸਲੇਟਿਵ ਬ੍ਰਾਂਚ ਬੱਚੇ ਉੱਥੇ ਅਲੱਗ ਹੈ, ਤੇ ਪ੍ਰੈਸੀਡੈਂਟ ਬੱਚੋ ਉੱਥੇ ਹੈਡ ਆਫ ਸਟੇਟ ਵੀ ਹੈ ਤੇ ਹੈਡ ਆਫ ਗਵਰਨਮੈਂਟ ਵੀ ਹੈ, ਕਿਉਂਕਿ ਬੱਚੋ ਉੱਥੇ ਪੀਐਮ ਦੀ ਪੋਸਟ ਨਹੀਂ ਹੈਗੀ ਨਾ। ਜਿਹੜਾ ਬੰਦਾ ਬੱਚੋ ਉੱਥੇ ਪ੍ਰੈਸੀਡੈਂਟ ਦੇ ਇਲੈਕਸ਼ਨ ਜਿੱਤੇਗਾ ਉਹਦੇ ਕੋਲੇ ਹੀ ਮੇਨ ਪਾਵਰ ਆਵੇਗੀ ਬੱਚੋ। ਉੱਥੇ ਵੋਟਿੰਗ ਹੀ ਪ੍ਰੈਸੀਡੈਂਟ ਦੇ ਇਲੈਕਸ਼ਨ ਦੇ ਲਈ ਹੁੰਦੀ ਹੈ ਬੱਚੋ। ਪ੍ਰੈਸੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਕਹਿ ਸਕਦੇ ਹਾਂ ਆਪਾਂ ਯੂਐਸ ਦੇ ਅੰਦਰ ਬੱਚੋ। ਸੋ ਉਸ ਨੂੰ ਕਹਾਂਗੇ ਆਪਾਂ ਬੱਚੋ ਪ੍ਰੈਸੀਡੈਂਸ਼ੀਅਲ ਕੌਨਸਟੀਟਿਊਸ਼ਨ, ਠੀਕ ਹੈ। ਨੈਕਸਟ ਸਲਾਈਡ ਬੱਚੋ ਆਪਣੀ ਪਾਰਲੀਮੈਂਟਰੀ ਕੌਨਸਟੀਟਿਊਸ਼ਨ, ਜਿੱਦਾਂ ਕਿ ਬੱਚੋ ਇੰਡੀਆ ਦੇ ਅੰਦਰ ਹੈ। ਐਗਜ਼ੀਕਿਊਟਿਵ ਕਮਸ ਫਰੋਮ ਦਾ ਲੈਜਿਸਲੇਚਰ। ਐਗਜ਼ੀਕਿਊਟਿਵ ਬੱਚੋ ਕਿੱਥੋਂ ਆ ਰਿਹਾ ਹੈ, ਲੈਜਿਸਲੇਚਰ ਤੋਂ ਆ ਰਿਹਾ ਹੈ ਬੱਚੋ, ਕਿਉਂਕਿ ਬੱਚੋ ਲੋਕ ਸਭਾ ਜਾਂ ਰਾਜ ਸਭਾ ਦਾ ਮੈਂਬਰ ਹੋਣਾ ਜ਼ਰੂਰੀ ਹੈ। ਜਿਹੜਾ ਵੀ ਬੰਦਾ ਪੀਐਮ ਬਣੇਗਾ, ਜੇ ਕੋਈ ਐਸੇ ਬੰਦੇ ਨੂੰ ਪੀਐਮ ਬਣਾ ਦਿੰਦੇ ਆ ਜਿਹੜਾ ਲੈਜਿਸਲੇਚਰ ਮੀਨਸ ਲੋਕ ਸਭਾ ਰਾਜ ਸਭਾ ਦਾ ਮੈਂਬਰ ਨਹੀਂ ਹੈ, ਉਸ ਨੂੰ 6 ਮਹੀਨੇ ਦੇ ਅੰਦਰ ਅੰਦਰ ਮੈਂਬਰ ਬਣਨਾ ਪੈਂਦਾ ਹੈ ਬੱਚੋ, ਠੀਕ ਹੈ। ਸੋ ਐਗਜ਼ਾਮਪਲ ਤੁਹਾਨੂੰ ਪਤਾ ਹੀ ਹੈ, ਇੰਡੀਆ ਤੁਸੀਂ ਲੈ ਸਕਦੇ ਹੋ ਬੱਚੋ। ਨੈਕਸਟ ਹੈ ਬੱਚੋ ਆਪਣਾ ਮੋਨਾਰਚੀਕਲ ਕੌਨਸਟੀਟਿਊਸ਼ਨ, ਜਿੱਥੇ ਮੋਨਾਰਕ ਹੁੰਦੇ ਨੇ ਬੱਚੋ। ਰਿਕੋਗਨਾਈਜ਼ਸ ਅ ਮੋਨਾਰਕ ਐਦਰ ਵਿਦ ਲਿਮਿਟਡ ਪਾਵਰਸ ਕੌਨਸਟੀਟਿਊਸ਼ਨਲ ਔਰ ਸਿਗਨੀਫਿਕੈਂਟ ਪਾਵਰਸ ਐਬਸੋਲੂਟ। ਜਿੱਦਾਂ ਕਿ ਬੱਚੋ ਯੂਕੇ ਦੇ ਅੰਦਰ ਹੈ। ਯੂਕੇ ਦੇ ਅੰਦਰ ਬੱਚੋ ਕੀ ਹੈ, ਤੁਹਾਨੂੰ ਸਮਝ ਆ ਜਾਏਗਾ ਹੁਣੇ। ਯੂਕੇ ਦੇ ਅੰਦਰ ਬੱਚੋ ਕਿੰਗ ਜਾਂ ਕੁਵੀਨ ਹੁੰਦਾ ਹੈ, ਕੋਈ ਕਿੰਗ ਹੋਵੇਗਾ ਬੱਚੋ ਜਾਂ ਕੁਵੀਨ ਹੋਵੇਗੀ ਕੋਈ, ਹੈ ਨਾ। ਤੇ ਇਹ ਬੱਚੋ ਕਿੰਗ ਕੁਵੀਨ ਇੱਕ ਫੈਮਿਲੀ ਨੂੰ ਹੀ ਬਿਲੋਂਗ ਕਰਦੇ ਨੇ ਬੱਚੋ, ਮੋਨਾਰਕ ਨੇ ਉੱਥੇ ਦੇ। ਇਹ ਇਲੈਕਟਡ ਨਹੀਂ ਹੈਗੇ ਬੱਚੋ, ਇਹ ਪੋਸਟ ਇਹਨਾਂ ਕੋਲੇ ਹੈਰੀਡੇਟਰੀ ਹੈ। ਇੱਦਾਂ ਹੀ ਹੈ ਬੱਚੋ, ਇੱਕ ਫੈਮਿਲੀ ਦਾ ਕਦੇ ਕੋਈ ਬੰਦਾ ਕਿੰਗ ਬਣ ਜਾਂਦਾ ਹੈ, ਕਦੇ ਕੋਈ ਵੂਮਨ ਕੁਈਨ ਬਣ ਜਾਂਦੀ ਹੈ ਬੱਚੋ। ਸੋ ਇਸ ਨੂੰ ਕਹਿੰਦੇ ਆ ਬੱਚੋ ਆਪਾਂ ਮੋਨਾਰਚੀਕਲ ਕੌਨਸਟੀਟਿਊਸ਼ਨ। ਐਗਜ਼ਾਮਪਲ ਦੇ ਵਿੱਚ ਤੁਸੀਂ ਰੱਖੋਗੇ ਬੱਚੋ ਯੂਕੇ ਦਾ ਕੌਨਸਟੀਟਿਊਸ਼ਨ, ਠੀਕ ਹੈ ਜੀ। ਨੈਕਸਟ ਹੈ ਬੱਚੋ ਰਿਪਬਲਿਕਨ ਕੌਨਸਟੀਟਿਊਸ਼ਨ।
ਐਸਟੈਬਲਿਸ਼ਸ ਅਸ ਰਿਪਬਲਿਕ ਵਿਦਆਊਟ ਅ ਮੋਨਾਰਕੀ ਦਾ ਹੈਡ ਆਫ ਸਟੇਟ ਇਜ਼ ਇਲੈਕਟਡ। ਇੱਥੇ ਬੱਚੇ ਹੈਡ ਆਫ ਸਟੇਟ ਕੀ ਹੋਵੇਗਾ, ਇਲੈਕਟਡ ਹੋਵੇਗਾ। ਇੰਡੀਆ ਦੇ ਵਿੱਚ ਵੀ ਬੱਚੋ ਇਲੈਕਟਡ ਹੈ, ਲੇਕਿਨ ਤੁਹਾਨੂੰ ਪਤਾ ਹੈ ਇੰਡੀਆ ਦੇ ਅੰਦਰ ਇਨਡਾਇਰੈਕਟਲੀ ਇਲੈਕਟਡ ਹੈ, ਲੇਕਿਨ ਯੂਐਸ ਦੇ ਅੰਦਰ ਬੱਚੋ ਡਾਇਰੈਕਟਲੀ ਇਲੈਕਟਡ ਹੈ। ਜਿਹੜਾ ਉੱਥੇ ਦਾ ਬੱਚੋ ਹੈਡ ਆਫ ਸਟੇਟ ਹੁੰਦਾ ਏ ਉਹ ਡਾਇਰੈਕਟਲੀ ਇਲੈਕਟਡ ਹੁੰਦਾ ਏ, ਕਿਉਂਕਿ ਉੱਥੇ ਪ੍ਰੈਸੀਡੈਂਟ ਦੇ ਹੀ ਇਲੈਕਸ਼ਨ ਹੁੰਦੇ ਨੇ ਬੱਚੋ, ਇਹ ਯਾਦ ਰੱਖਿਓ। ਸੋ ਰਿਪਬਲਿਕਨ ਕੌਂਸਟੀਟਿਊਸ਼ਨ ਜਿੱਥੇ ਹੈਡ ਆਫ ਸਟੇਟ ਇਲੈਕਟਡ ਹੋਵੇ ਬੱਚੋ। ਇੰਡੀਆ ਵੀ ਐਗਜ਼ਾਮਪਲ ਲੈ ਸਕਦੇ ਹੋ, ਕੋਈ ਦਿੱਕਤ ਨਹੀਂ ਹੈਗੀ, ਕਿਉਂਕਿ ਇੰਡੀਆ ਦੇ ਵਿੱਚ ਜਦੋਂ ਬੱਚੋ ਹੈਡ ਆਫ ਸਟੇਟ ਹੁੰਦਾ ਏ ਉਹ ਹੁੰਦਾ ਏ ਪ੍ਰੈਸੀਡੈਂਟ ਆਫ ਇੰਡੀਆ, ਤੇ ਪ੍ਰੈਸੀਡੈਂਟ ਆਫ ਇੰਡੀਆ ਬੱਚੋ ਇਲੈਕਟਡ ਹੁੰਦਾ ਏ ਇੰਡੀਆ ਦੇ ਅੰਦਰ, ਇਹ ਤੁਹਾਨੂੰ ਪਤਾ ਹੀ ਹੋਣਾ। ਨੈਕਸਟ ਬੱਚੋ ਥਿਓਕ੍ਰੈਟਿਕ ਕੌਂਸਟੀਟਿਊਸ਼ਨ ਬੇਸਡ ਔਨ ਰਿਲੀਜੀਅਸ ਲਾਜ਼ ਐਂਡ ਪ੍ਰਿੰਸੀਪਲ। ਜਿਹੜੇ ਰਿਲੀਜਨ ਦੇ ਲਾ ਨੇ ਬੱਚੋ, ਧਰਮ ਦੇ ਲਾ ਹੋ ਗਏ, ਪ੍ਰਿੰਸੀਪਲ ਹੋ ਗਏ, ਉਹਨਾਂ ਦੇ ਉੱਤੇ ਜਿਹੜਾ ਕੌਂਸਟੀਟਿਊਸ਼ਨ ਬਣਿਆ ਹੁੰਦਾ ਹੈ ਬੱਚੋ ਉਸ ਨੂੰ ਕਹਿੰਦੇ ਆ ਥਿਓਕ੍ਰੈਟਿਕ ਕੌਂਸਟੀਟਿਊਸ਼ਨ। ਐਗਜ਼ਾਮਪਲ ਹੈ ਬੱਚੋ ਈਰਾਨ ਕੰਟਰੀ ਦਾ, ਠੀਕ ਹੈ। ਸੈਕੂਲਰ ਕੌਂਸਟੀਟਿਊਸ਼ਨ ਬੱਚੋ ਇਹ ਤੁਹਾਨੂੰ ਪਤਾ ਹੀ ਹੈ, ਸਪਰੇਟਸ ਰਿਲੀਜਨ ਫਰੋਮ ਗਵਰਨਮੈਂਟ ਲਾਸ। ਗਵਰਨਮੈਂਟ ਰਿਲੀਜਨ ਅਲੱਗ-ਅਲੱਗ ਹੈ ਬੱਚੋ। ਐਗਜ਼ਾਮਪਲ ਇੰਡੀਅਨ ਕੌਂਸਟੀਟਿਊਸ਼ਨ। ਇੰਡੀਆ ਦਾ ਕੌਂਸਟੀਟਿਊਸ਼ਨ ਬੱਚੋ ਸੈਕੂਲਰ ਕੌਂਸਟੀਟਿਊਸ਼ਨ ਹੈ। ਕਮੈਂਟ ਸੈਕਸ਼ਨ ਵਿੱਚ ਦੱਸਣਾ ਹੈ ਕਿ ਸੈਕੂਲਰ ਵਰਡ ਪ੍ਰੀਐਮਬਲ ਦੇ ਅੰਦਰ ਕਿਹੜੀ ਅਮੈਂਡਮੈਂਟ ਨੇ ਇਨਸਰਟ ਕਰਿਆ ਹੈ ਤੇ ਕਿਹੜੇ ਈਅਰ ਵਿੱਚ ਕਰਿਆ ਹੈ, ਠੀਕ ਹੈ। ਇਹ ਤੁਹਾਡਾ ਕੁਐਸਚਨ ਹੈ ਬੱਚੋ, ਇਨਵੋਲਵ ਹੋ ਕਲਾਸ ਦੇ ਵਿੱਚ। ਨੈਕਸਟ ਹੈ ਬੱਚੋ ਆਪਣਾ, ਹੁਣ ਸਟਾਰਟ ਕਰਦੇ ਹਾਂ ਆਪਾਂ ਡਿਮਾਂਡ ਫੋਰ ਅ ਕੌਂਸਟੀਟਿਊਐਂਟ ਅਸੈਂਬਲੀ। ਇਹ ਸਾਰੇ ਤਰ੍ਹਾਂ ਦੇ ਕੌਂਸਟੀਟਿਊਸ਼ਨ, ਲਾ, ਬਾਈ ਲਾ, ਰੈਗੂਲੇਸ਼ਨ ਸਾਰੇ ਪੜ੍ਹ ਲਏ ਆਪਾਂ ਬੱਚੋ, ਇਹ ਜ਼ਰੂਰੀ ਨੇ। ਇੰਨੀ ਜਗ੍ਹਾ ਆਉਂਦਾ ਹੈ ਰੈਗੂਲੇਸ਼ਨ ਕੀ ਹੈ, ਲਾ ਕੀ ਹੈ, ਤੁਹਾਨੂੰ ਪਤਾ ਤਾਂ ਹੋਵੇ ਹੈ ਕੀ, ਹੁਣ ਤੁਹਾਨੂੰ ਪਤਾ ਲੱਗ ਗਿਆ ਹੋਣਾ। ਸੋ ਬੱਚੋ ਹੁਣ ਡਿਮਾਂਡ ਆਫ ਫੋਰ ਅ ਕੌਂਸਟੀਟਿਊਐਂਟ ਅਸੈਂਬਲੀ, ਕਿ ਸੰਵਿਧਾਨ ਸਭਾ ਦੀ ਡਿਮਾਂਡ ਕਿੱਥੋਂ ਕੀ ਸਟਾਰਟ ਹੋਇਆ। ਸੋ ਬੱਚੋ 1934 ਦੇ ਅੰਦਰ ਐਮ.ਐਨ. ਰੋਏ ਨੇ ਪ੍ਰਪੋਜ਼ ਕਰਿਆ ਆਈਡੀਆ ਕਿ ਇੱਕ ਕੌਂਸਟੀਟਿਊਐਂਟ ਅਸੈਂਬਲੀ ਹੋਣੀ ਚਾਹੀਦੀ ਇੰਡੀਆ ਦੇ ਲਈ। 1935 ਦੇ ਵਿੱਚ ਬੱਚੋ ਆਈਐਨਸੀ ਨੇ ਆਫੀਸ਼ੀਅਲੀ ਡਿਮਾਂਡ ਰੱਖੀ ਕੌਂਸਟੀਟਿਊਐਂਟ ਅਸੈਂਬਲੀ ਦੀ ਕਿ ਜਿਹੜਾ ਇੰਡੀਆ ਦਾ ਕੌਂਸਟੀਟਿਊਸ਼ਨ ਬਣਾਵੇ। 34-35 ਇਹ ਆਪਾਂ ਕਰਿਆ ਹੋਇਆ ਹੈ ਨਾ, ਲੇਕਿਨ 38 ਆ ਗਿਆ ਬੱਚੋ। ਇਹ ਦੇਖੋ, Jawaharlal Nehru, representing the INC, stated that the constitution must be created by a constituent assembly elected through an adult franchise. 38 ਵਿੱਚ ਬੱਚੋ ਜਵਾਹਰ ਲਾਲ ਨਹਿਰੂ ਜੀ ਨੇ ਕਿਹਾ, ਜਿਹੜੇ ਕਿ ਆਈਐਨਸੀ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਰਿਪਰੈਜ਼ੈਂਟ ਕਰ ਰਹੇ ਸੀਗੇ, ਕਿ ਇੰਡੀਆ ਦਾ ਕੌਂਸਟੀਟਿਊਸ਼ਨ ਇੱਕ ਕੌਂਸਟੀਟਿਊਐਂਟ ਅਸੈਂਬਲੀ ਬਣਾਵੇਗੀ ਤੇ ਜਿਸ ਨੂੰ ਚੁਣਿਆ ਜਾਵੇਗਾ ਥਰੂ ਵੋਟਿੰਗ ਰਾਹੀਂ ਬਣੇਗੀ ਬੱਚੋ ਕੌਂਸਟੀਟਿਊਐਂਟ ਅਸੈਂਬਲੀ। ਸੋ ਇਹ ਕਿਹਾ ਜਵਾਹਰ ਲਾਲ ਨਹਿਰੂ ਜੀ ਨੇ 1938 ਦੇ ਵਿੱਚ। ਨੈਕਸਟ ਬੱਚੋ 1940 ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਨੇ ਡਿਮਾਂਡ ਨੂੰ ਐਕਸੈਪਟ ਕਰ ਲਿਆ ਅਗਸਤ ਆਫਰ ਦੇ ਵਿੱਚ। 1942 ਦੇ ਵਿੱਚ ਕ੍ਰਿਪਸ ਪ੍ਰਪੋਜ਼ਲ ਆਇਆ ਜਿਸ ਨੇ ਸੁਜੈਸਟ ਕਰਿਆ ਡਰਾਫਟਿੰਗ ਐਨ ਇੰਡੀਪੈਂਡੈਂਟ ਕੌਂਸਟੀਟਿਊਸ਼ਨ ਪੋਸਟ ਵਰਲਡ ਵਾਰ 2, ਕਿ ਵਰਲਡ ਵਾਰ 2 ਤੋਂ ਬਾਅਦ ਜਿਹੜਾ ਹੈਗਾ ਏ ਇੰਡੀਪੈਂਡੈਂਟ ਕੌਂਸਟੀਟਿਊਸ਼ਨ ਤੁਸੀਂ ਬਣਾ ਸਕਦੇ ਹੋ। ਬਟ ਇਟ ਵਾਜ਼ ਰਿਜੈਕਟਡ ਬਾय ਮੁਸਲਿਮ ਲੀਗ ਵਿਚ ਸਾਊਟ ਦਾ ਡਿਵੀਜ਼ਨ ਆਫ ਇੰਡੀਆ ਇਨਟੂ 2 ਆਟੋਨਮਸ ਸਟੇਟ। ਬਟ ਮੁਸਲਿਮ ਲੀਗ ਨੇ ਰਿਜੈਕਟ ਕਰਤਾ। ਮੁਸਲਿਮ ਲੀਗ ਨੇ ਕਿਹਾ ਕਿ 2 ਕੰਟਰੀਆਂ ਬਣਾਓ ਜੀ, ਇੱਕ ਪਾਕਿਸਤਾਨ ਇੱਕ ਇੰਡੀਆ। 1946 ਬੱਚੋ ਕੈਬਨਿਟ ਮਿਸ਼ਨ ਪਲਾਨ ਆਇਆ ਜਿਸ ਨੇ ਸਿੰਗਲ ਕੌਂਸਟੀਟਿਊਐਂਟ ਅਸੈਂਬਲੀ ਬਣਾਉਣ ਦੇ ਬਾਰੇ ਪ੍ਰਪੋਜ਼ ਕਰਿਆ, ਗੇਨਿੰਗ ਸਮ ਐਕਸੈਪਟੈਂਸ ਫਰੋਮ ਦਾ ਮੁਸਲਿਮ ਲੀਗ। ਤੇ ਮੁਸਲਿਮ ਲੀਗ ਨੇ ਵੀ ਇਸ ਨੂੰ ਕਿਤੇ ਨਾ ਕਿਤੇ ਮੰਨ ਨਹੀਂ ਲਿਆ ਕਿ ਚਲੋ ਠੀਕ ਹੈ ਬਣਾ ਲੈਂਦੇ ਅਸੈਂਬਲੀ, ਕੌਂਸਟੀਟਿਊਸ਼ਨ ਬਣਾ ਲੇਗੀ ਅਸੈਂਬਲੀ ਆਪਣੀ, ਹੈ ਨਾ। ਸੋ ਕੁਝ ਡੇਟਸ ਦੇਖਦੇ ਆ ਬੱਚੋ ਹੁਣ, ਇੰਪੋਰਟੈਂਟ ਡੇਟਸ ਆਫ ਕੌਂਸਟੀਟਿਊਐਂਟ ਅਸੈਂਬਲੀ। ਇਹ ਯਾਦ ਹੋ ਗਿਆ ਨਾ ਸਾਰਾ ਕੁਝ, 34, 35, 38, 40, 42, 46 ਇਹ ਡੇਟਾਂ ਨੇ ਕੁਝ ਤੁਹਾਨੂੰ ਯਾਦ ਹੋ ਜਾਣਗੇ, ਮੈਨੂੰ ਪਤਾ ਹੈ, ਪੜ੍ਹਨ ਵਾਲੇ ਹੋ ਤੁਸੀਂ ਸਾਰੇ ਹੀ ਬੱਚਿਓ। ਸੋ ਬੱਚਿਓ ਪਹਿਲੀ ਡੇਟ 9 ਦਸੰਬਰ 1946 ਫਸਟ ਸਿਟਿੰਗ ਹੋਈ ਕੌਂਸਟੀਟਿਊਐਂਟ ਅਸੈਂਬਲੀ ਦੀ, ਲੇਕਿਨ ਮੁਸਲਿਮ ਲੀਗ ਨੇ ਬੋਇਕਾਟ ਕਰਤੀ ਕਿ ਅਸੀਂ ਨਹੀਂ ਪਾਰਟਿਸਿਪੇਟ ਕਰਦੇ ਜੀ। ਤੁਹਾਨੂੰ ਪਤਾ ਹੀ ਹੈ ਕਿਉਂ ਕਰ ਰਿਹਾ ਸੀਗਾ ਬਾਇਕਾਟ, ਇਹਨਾਂ ਨੂੰ ਕੰਟਰੀ ਚਾਹੀਦੀ ਸੀਗੀ ਪਾਕਿਸਤਾਨ, ਹੈ ਨਾ। 11 ਦਸੰਬਰ 1946 ਬੱਚੋ ਡਾਕਟਰ ਰਜਿੰਦਰ ਪ੍ਰਸਾਦ ਜੀ ਇਲੈਕਟ ਹੋ ਗਏ ਪ੍ਰੈਸੀਡੈਂਟ। ਡਾਕਟਰ ਸਚਿਦਾਨੰਦ ਸਿਨਹਾ ਜੀ ਓਲਡੈਸਟ ਮੈਂਬਰ ਸੀਗੇ ਬੱਚੋ, ਇਹ ਟੈਂਪਰਰੀ ਚੇਅਰਮੈਨ ਸੀਗੇ, ਠੀਕ ਹੈ। ਵਾਈਸ ਪ੍ਰੈਸੀਡੈਂਟ ਬਣੇ ਬੱਚੋ, ਕੌਣ ਬਣੇ ਜੀ, एच सी मुखर्जी एंड वी.टी. कृष्णामाचारी, ये भी याद रख लियो। वाइस प्रेसिडेंट एच.सी. मुखर्जी एंड वी.टी. कृष्णामाचारी, दोनों चीज़ें याद रख लियो बच्चों। नेक्स्ट बच्चों 13 दिसंबर 1946 ਨੂੰ ਬੱਚੋ ਆਬਜੈਕਟਿਵ ਰੈਜ਼ੋਲੂਸ਼ਨ ਇੰਟਰੋਡਿਊਸ ਕਰੇ ਗਏ ਜਵਾਹਰ ਲਾਲ ਨਹਿਰੂ ਜੀ ਦੇ ਦੁਆਰਾ, ਜਿਹੜੇ ਬਾਅਦ ਵਿੱਚ ਜਾ ਕੇ ਪ੍ਰੀਐਮਬਲ ਬਣੇ ਸੀਗੇ। 22 ਜਨਵਰੀ 1947 ਬੱਚੋ ਆਬਜੈਕਟਿਵ ਰੈਜ਼ੋਲੂਸ਼ਨ ਨੂੰ ਅਡੋਪਟ ਕਰ ਲਿਆ ਗਿਆ। 13 ਦਸੰਬਰ 1946 ਨੂੰ ਇੰਟਰੋਡਿਊਸ ਕਰੇ ਸੀਗੇ
ਐਂਡ 12 ਜਨਵਰੀ 1947 ਨੂੰ, ਮਤਲਬ ਕਿ ਲਗਭਗ 1 ਮਹੀਨੇ ਤੋਂ ਥੋੜਾ ਜ਼ਿਆਦਾ ਟਾਈਮ ਹੋ ਗਿਆ ਤੇ ਇਹਦੇ ਵਿੱਚ ਉਹਨਾਂ ਨੇ ਅਡੋਪਟ ਵੀ ਕਰ ਲਿਆ। 22 ਜੁਲਾਈ 1947 ਬੱਚਿਓ, ਆਪਾਂ ਨੂੰ ਇਹ ਪਤਾ ਹੀ ਹੈ ਕਿ ਨੈਸ਼ਨਲ ਫਲੈਗ ਨੂੰ ਅਡੋਪਟ ਕਰਿਆ ਗਿਆ ਬਾਏ ਦਾ ਕਨਸਟੀਟਿਊਐਂਟ ਅਸੈਂਬਲੀ। 15 ਅਗਸਤ 1947 ਟ੍ਰਾਂਸਫਰ ਆਫ ਪਾਵਰ ਐਸਟੈਬਲਿਸ਼ਡ ਦਾ ਡੋਮੇਨੀਅਨ ਆਫ ਇੰਡੀਆ ਐਂਡ ਪਾਕਿਸਤਾਨ। ਠੀਕ ਹੈ, ਪਾਕਿਸਤਾਨ ਬਣ ਗਿਆ, ਇੰਡੀਆ ਬਣ ਗਿਆ। ਪਾਕਿਸਤਾਨ ਨੂੰ ਆਜ਼ਾਦੀ ਮਿਲ ਗਈ 14 ਅਗਸਤ ਨੂੰ, ਇੰਡੀਆ ਨੂੰ ਮਿਲ ਗਈ 15 ਅਗਸਤ ਨੂੰ। ਮਈ 1949 ਕਨਸਟੀਟਿਊਐਂਟ ਅਸੈਂਬਲੀ ਰੈਟੀਫਾਈਡ ਇੰਡੀਆਜ਼ ਮੈਂਬਰਸ਼ਿਪ ਇਨ ਦਾ ਕਾਮਨਵੈਲਥ। 1949 ਦੇ ਵਿੱਚ ਜਿਹੜਾ ਇਹ ਕਾਮਨਵੈਲਥ ਦਾ ਗਰੁੱਪ ਹੈ, ਇਹਦੇ ਵਿੱਚ ਇੰਡੀਆ ਦੀ ਮੈਂਬਰਸ਼ਿਪ ਨੂੰ ਰੈਟੀਫਾਈ ਕਰਤਾ ਆਪਣੀ ਅਸੈਂਬਲੀ ਨੇ। ਕਾਮਨਵੈਲਥ ਬਾਰੇ ਬੱਚੋ ਤੁਹਾਨੂੰ ਪਹਿਲੇ ਸੈਸ਼ਨ ਦੇ ਵਿੱਚ ਮੈਂ ਦੱਸਿਆ ਹੋਇਆ, ਇਹ ਗਰੁੱਪਿੰਗ ਹੈ ਇੱਕ, ਹਨਾ। ਨੈਕਸਟ ਬੱਚੋ 26 ਨਵੰਬਰ 1949 ਦਾ ਕਨਸਟੀਟਿਊਸ਼ਨ ਵਾਜ਼ ਅਡੋਪਟਡ ਇਨੈਕਟਡ। ਕਨਸਟੀਟਿਊਸ਼ਨ ਆਪਾਂ ਅਡੋਪਟ ਕਰ ਲਿਆ। 24 ਜਨਵਰੀ 1950 ਅਡੋਪਸ਼ਨ ਆਫ ਦਾ ਨੈਸ਼ਨਲ ਸੌਂਗ, ਨੈਸ਼ਨਲ ਐਂਥਮ। Dr. Rajendra Prasad was elected as the first president of India. The final session of the Constituent Assembly was held. ये सारा कुछ बच्चों 24 जनवरी ਨੂੰ ਹੋ ਰਿਹਾ ਹੈ, याद रखियो। Continued as the Provisional Parliament of India until the formation of the new Parliament in May 1952। ਜਦੋਂ ਬੱਚੋ Constituent Assembly ਨੇ Constitution ਬਣਾਤਾ ਤੇ ਲਾਸਟ ਸੈਸ਼ਨ ਇਹਦਾ ਹੋ ਗਿਆ 24 ਜਨਵਰੀ ਨੂੰ। ਉਸ ਤੋਂ ਬਾਅਦ ਬੱਚੋ ਐਜ਼ ਕਨਸਟੀਟਿਊਐਂਟ ਅਸੈਂਬਲੀ ਇਸਨੇ ਕੰਮ ਕਰਨਾ ਬੰਦ ਕਰਤਾ। ਲੇਕਿਨ ਬੱਚਿਓ ਐਜ਼ ਪਾਰਲੀਮੈਂਟ ਇਹ ਕੰਮ ਕਰਦੀ ਰਹੀ ਜਦੋਂ ਤੱਕ ਬੱਚਿਓ ਇੰਡੀਆ ਦੀ ਨਵੀਂ ਪਾਰਲੀਮੈਂਟ ਨਹੀਂ ਬਣੀ 1952 ਵਿੱਚ। ਠੀਕ ਹੈ, ਯਾਦ ਰੱਖਿਓ ਬੱਚਿਓ, ਅਸੈਂਬਲੀ ਤਰ੍ਹਾਂ ਬੰਦ ਕਰਤਾ ਕੰਮ ਕਰਨਾ ਇਹਨੇ, ਕਿਉਂਕਿ ਅਸੈਂਬਲੀ ਵਾਲਾ ਕੰਮ ਪੂਰਾ ਹੋ ਗਿਆ ਬੱਚਿਓ, ਸੰਵਿਧਾਨ ਸਭਾ ਵਾਲਾ ਕੰਮ ਪੂਰਾ ਹੋ ਗਿਆ, ਲੇਕਿਨ ਪਾਰਲੀਮੈਂਟ ਵਾਲਾ ਕੰਮ ਇਹਨੇ ਸਟਾਰਟ ਕਰਤਾ ਤੇ ਉਹ ਚੱਲਦਾ ਰਿਹਾ ਜਦੋਂ ਤੱਕ ਨਵੀਂ ਪਾਰਲੀਮੈਂਟ ਨਹੀਂ ਬਣੀ। 26 ਜਨਵਰੀ 1950 ਦਾ ਕਨਸਟੀਟਿਊਸ਼ਨ ਕੈਮ ਇਨਟੂ ਫੋਰਸ ਮਾਰਕਿੰਗ ਦਾ ਐਸਟੈਬਲਿਸ਼ਮੈਂਟ ਆਫ ਇੰਡੀਆ ਐਜ਼ ਅ ਰਿਪਬਲਿਕ। ਆਪਣਾ ਕਨਸਟੀਟਿਊਸ਼ਨ ਬੱਚਿਓ ਇੰਪਲੀਮੈਂਟ ਹੋ ਗਿਆ। ਨੈਕਸਟ ਬੱਚਿਓ ਆਬਜੈਕਟਿਵ ਰੈਜ਼ੋਲੂਸ਼ਨ ਬੱਚਿਓ, ਜਿਹੜੇ ਕਿ ਜਵਾਹਰ ਲਾਲ ਨਹਿਰੂ ਜੀ ਲੈ ਕੇ ਆਏ ਸੀਗੇ, ਉਹ ਵੀ ਦੇਖ ਲੈਂਦੇ ਆ ਬੱਚਿਓ ਆਪਾਂ। ਇਟ ਕੰਟੇਨ ਦਾ ਫੰਡਾਮੈਂਟਲਸ ਐਂਡ ਫਿਲੋਸਫੀ ਆਫ ਦਾ ਕਨਸਟੀਟਿਊਸ਼ਨਲ ਸਟਰਕਚਰ, ਕਿ ਕਿੱਦਾਂ ਦਾ ਹੋਵੇਗਾ ਕਨਸਟੀਟਿਊਸ਼ਨ ਆਪਣਾ। ਇਹ ਫੰਡਾਮੈਂਟਲ ਸਾਰੇ, ਫਿਲੋਸਫੀ ਸਾਰੀ ਬੱਚਿਓ ਜਿਹੜੀ ਇਹ ਆਬਜੈਕਟਿਵ ਰੈਜ਼ੋਲੂਸ਼ਨ ਲੈ ਕੇ ਆਏ ਸੀਗੇ ਪੰਡਿਤ ਨਹਿਰੂ ਜੀ, ਉਹਦੇ ਵਿੱਚ ਬੱਚਿਓ ਇਹ ਸਾਰਾ ਕੁਝ ਲਿਖਿਆ ਗਿਆ ਸੀਗਾ। ਕੁਝ ਦੇਖ ਲੈਂਦੇ ਆ ਬੱਚਿਓ ਕੀ ਕੀ ਲਿਖਿਆ ਹੋਇਆ ਹੈ। ਇਹ ਦੇਖੋ ਨੀਚੇ ਪਹਿਲਾ ਪੁਆਇੰਟ ਹੈ, ਕੀ ਲਿਖਿਆ ਹੋਇਆ ਸੀ ਬੱਚਿਓ, ਇੰਡੀਆ ਟੂ ਬੀ ਅ ਸੋਵਰਨ ਐਂਡ ਇੰਡੀਪੈਂਡੈਂਟ, ਕਿ ਇੰਡੀਆ ਸੋਵਰਨ ਕੰਟਰੀ ਹੋਵੇਗਾ, ਇੰਡੀਪੈਂਡੈਂਟ ਕੰਟਰੀ ਹੋਵੇਗਾ। ਦੂਜਾ ਪੁਆਇੰਟ ਬੱਚਿਓ ਐਡਵਾਂਸਮੈਂਟ ਆਫ ਪੀਸ ਐਂਡ ਵੈਲਬੀਇੰਗ, ਕਿ ਪੀਸ ਐਂਡ ਵੈਲਬੀਇੰਗ ਨੂੰ ਐਡਵਾਂਸ ਕਰਿਆ ਜਾਵੇਗਾ, ਲੋਕਾਂ ਦੀ ਵੈਲਬੀਇੰਗ ਦੀ ਤਰਫ, ਅੱਛੀ ਜ਼ਿੰਦਗੀ ਦੇਣ ਦੀ ਤਰਫ ਬੱਚਿਓ ਜ਼ੋਰ ਦਿੱਤਾ ਜਾਵੇਗਾ। ਥਰਡ ਪੁਆਇੰਟ ਬੱਚਿਓ ਪ੍ਰੋਟੈਕਸ਼ਨ ਫੋਰ ਅੰਡਰ ਪ੍ਰਿਵਿਲੇਜਡ ਐਥਨਿਕ ਐਂਡ ਮਾਈਨੋਰਿਟੀ ਗਰੁੱਪ, ਜਿਹੜੇ ਬੱਚਿਓ ਇਕਨੋਮਿਕਲੀ ਵੀਕਰ ਸੈਕਸ਼ਨ ਨੇ, ਜਿਹੜੀਆਂ ਪਿਛੜੀਆਂ ਹੋਈਆਂ ਜਾਤੀਆਂ ਨੇ ਬੱਚਿਓ, ਉਹਨਾਂ ਦਾ ਪ੍ਰੋਟੈਕਸ਼ਨ ਇਨਸ਼ੋਰ ਕਰਿਆ ਜਾਵੇਗਾ, ਉਹਨਾਂ ਦੀ ਲਾਈਫ ਦਾ ਪੱਧਰ ਉੱਚਾ ਚੱਕਿਆ ਜਾਵੇਗਾ। ਫੋਰਥ ਪੁਆਇੰਟ ਬੱਚਿਓ ਫਾਊਂਡੇਸ਼ਨ ਫੋਰ ਦਾ ਕਨਸਟੀਟਿਊਸ਼ਨਸ ਪ੍ਰੀਐਮਬਲ, ਕਿਉਂਕਿ ਬੱਚਿਓ ਇਸ ਦੇ ਵਿੱਚ ਹੀ ਆਪਣੀ ਜਾ ਕੇ ਬਾਅਦ ਵਿੱਚ ਕੀ ਬਣੀ ਸੀਗੀ, ਪ੍ਰੀਐਮਬਲ, ਹਨਾ, ਇਹੀ ਲਿਖਿਆ ਹੋਇਆ ਇੱਥੇ। ਫਿਫਥ ਪੁਆਇੰਟ ਬੱਚਿਓ ਸੋਸ਼ਲ ਜਸਟਿਸ, ਇਕਨੋਮਿਕ ਜਸਟਿਸ ਐਂਡ ਪੋਲੀਟੀਕਲ ਜਸਟਿਸ, ਇਹ ਸਾਰਾ ਕੁਝ ਦਿੱਤਾ ਜਾਵੇਗਾ ਬੱਚਿਓ। ਸੋਸ਼ਲ ਜਸਟਿਸ ਬੱਚਿਓ ਕਿ ਸਾਰੇ ਕਾਸਟਾਂ ਨੂੰ ਸੇਮ ਮੰਨਿਆ ਜਾਵੇਗਾ। ਇਕਨੋਮਿਕ ਜਸਟਿਸ ਬੱਚਿਓ ਕਿ ਲੋਕਾਂ ਦੇ ਜੀਵਨ ਦਾ ਪੱਧਰ ਉੱਪਰ ਚੱਕਿਆ ਜਾਵੇਗਾ, ਸਾਰਿਆਂ ਨੂੰ ਓਪੋਰਚੁਨਿਟੀਆਂ ਦਿੱਤੀਆਂ ਜਾਣਗੀਆਂ ਤਾਂ ਕਿ ਆਪਣੀ ਜ਼ਿੰਦਗੀ ਨੂੰ ਬਿਹਤਰ ਤਰੀਕੇ ਨਾਲ ਜੀ ਸਕਣ। ਤੇ ਪੋਲੀਟੀਕਲ ਜਸਟਿਸ ਬੱਚਿਓ ਕਿ ਸਾਰੇ ਪੋਲੀਟੀਕਲ ਐਰੀਨਾ ਦੇ ਵਿੱਚ ਐਂਟਰ ਕਰ ਸਕਦੇ ਨੇ, ਕੋਈ ਵੀ ਜਿਹੜਾ ਹੈਗਾ ਹੈ ਬੱਚਿਓ ਉਹ PM, ਮਿਨਿਸਟਰ, ਪ੍ਰੈਸੀਡੈਂਟ, ਵਾਈਸ ਪ੍ਰੈਸੀਡੈਂਟ ਬਣ ਸਕਦਾ ਹੈ, ਕੋਈ ਵੀ ਪਾਰਟਿਸਿਪੇਟ ਕਰ ਸਕਦਾ ਹੈ ਇੰਡੀਆ ਦੀ ਪੋਲਿਟੀ ਦੇ ਵਿੱਚ ਬੱਚਿਓ, ਉਸ ਨੂੰ ਕਹਿੰਦੇ ਆ ਪੋਲੀਟੀਕਲ ਜਸਟਿਸ। ਸਿਕਸਥ ਪੁਆਇੰਟ ਬੱਚਿਓ ਪੀਪਲ ਵਿਲ ਬੀ ਸੋਰਸ ਆਫ ਪਾਵਰ, ਕਿ ਪਾਵਰ ਬੱਚਿਓ ਲੋਕਾਂ ਦੇ ਕੋਲੇ ਹੈ, ਲੋਕ ਜਿਹਨੂੰ ਵੋਟ ਕਰਨਗੇ ਉਹੀ ਜਿਹੜਾ ਹੈਗਾ ਇਹ ਇੰਡੀਆ ਦੀ ਪਾਵਰ ਆਪਣੇ ਹੱਥਾਂ ਵਿੱਚ ਲੈ ਸਕਦਾ ਹੈ। ਸੈਵਨਥ ਪੁਆਇੰਟ ਬੱਚਿਓ ਲਿਬਰਟੀ ਆਫ ਥੋਟਸ ਐਂਡ ਆਈਡੀਆ, ਕਿ ਸਾਰੇ ਆਪਣੇ ਥੋਟ ਤੇ ਆਈਡੀਆ ਨੂੰ ਰੱਖ ਸਕਦੇ ਨੇ, ਹਨਾ। ਆਰਟੀਕਲ 19 ਫੰਡਾਮੈਂਟਲ ਰਾਈਟ ਦਾ ਬੱਚਿਓ। ਸੋ ਇਹ ਆਬਜੈਕਟਿਵ ਰੈਜ਼ੋਲੂਸ਼ਨ ਦੇ ਅੰਦਰ ਬੱਚਿਓ ਮੇਨ ਕੋਰ ਆਈਡੀਆ ਲਿਖੇ ਹੋਏ ਸੀਗੇ। ਤੁਸੀਂ ਪੁੱਛਦੇ ਰਹਿੰਦੇ ਹੋ ਕਿ ਕੀ ਸੀਗਾ, ਸੋ ਬੱਚਿਓ ਇਹ ਸੀਗਾ, ਹੁਣ ਤੁਹਾਨੂੰ ਪਤਾ ਲੱਗ ਗਿਆ ਹੋਣਾ ਨਾ। ਅੱਗੇ ਦੇਖਦੇ ਹਾਂ ਬੱਚਿਓ ਡਿਕਲੇਰੇਸ਼ਨ ਇੰਡੀਆ ਐਜ਼ ਐਨ ਇੰਡੀਪੈਂਡੈਂਟ ਸੋਵਰਨ ਰਿਪਬਲਿਕ, ਕਿ ਇੰਡੀਆ ਇੱਕ ਇੰਡੀਪੈਂਡੈਂਟ ਸੋਵਰਨ ਰਿਪਬਲਿਕ ਬਣੇਗਾ, ਇਹ ਡਿਕਲੇਅਰ ਕਰਿਆ ਗਿਆ। ਯੂਨੀਅਨ ਆਫ ਟੈਰੀਟਰੀ, ਇਹ ਮੇਨ ਪੁਆਇੰਟ ਪੜ੍ਹ ਰਹੇ ਹਾਂ ਬੱਚਿਓ ਆਪਾਂ ਕਨਸਟੀਟਿਊਸ਼ਨ ਮੇਕਿੰਗ ਦੇ।
Union of Territories includes British India, Indian states and territories willing to join. ਬ੍ਰਿਟਿਸ਼ ਇੰਡੀਆ ਸਾਰਾ ਆ ਗਿਆ, ਇੰਡੀਅਨ ਸਟੇਟਾਂ ਆ ਗਈਆਂ ਤੇ ਉਹ ਟੈਰੀਟਰੀਆਂ ਆ ਗਈਆਂ ਬੱਚਿਓ ਜਿਹੜੀਆਂ ਇੰਡੀਆ ਨੂੰ ਜੁਆਇਨ ਕਰਨਾ ਚਾਹੁੰਦੀਆਂ ਨੇ, ਕਿਉਂਕਿ ਬੱਚਿਓ ਉਸ ਟਾਈਮ ਤੇ ਕੋਸ਼ਿਸ਼ ਚੱਲ ਰਹੀ ਸੀ ਕਿ ਜਿਹੜੀ ਪ੍ਰਿੰਸਲੀ ਸਟੇਟਸ ਨੇ ਉਹਨਾਂ ਨੂੰ ਇੰਡੀਆ ਦੇ ਅੰਦਰ ਮਿਲਾਇਆ ਜਾ ਸਕੇ, ਹਨਾ। ਕਿਉਂਕਿ ਬੱਚਿਓ ਅਸੈਂਬਲੀ ਪਹਿਲਾਂ ਬਣ ਗਈ ਸੀ ਨਾ, ਆਜ਼ਾਦੀ ਬਾਅਦ ਵਿੱਚ ਮਿਲੀ ਆਪਾਂ ਨੂੰ। ਅਸੈਂਬਲੀ ਬਣ ਗਈ ਬੱਚਿਓ 1946 ਦੇ ਵਿੱਚ, ਦਸੰਬਰ 1946 ਦੇ ਵਿੱਚ। ਆਜ਼ਾਦੀ ਮਿਲੀ ਹੈ ਬੱਚਿਓ 15 ਅਗਸਤ 1947 ਦੇ ਵਿੱਚ। ਸੋ ਇਸ ਕਰਕੇ ਇਹ ਪ੍ਰੋਵੀਜ਼ਨ ਆਪਾਂ ਨੂੰ ਇੱਥੇ ਦੇਖਣ ਨੂੰ ਮਿਲ ਰਹੀ ਹੈ। Autonomy territories retain status as autonomous units with residual powers except those assigned to the union. So territories ਬੱਚਿਓ autonomous ਹੋਣਗੀਆਂ, ਆਪਣੇ ਕਾਨੂੰਨ ਬਣਾ ਸਕਦੀਆਂ ਨੇ, ਠੀਕ ਹੈ, ਤੇ ਉਹਨਾਂ ਟੌਪਿਕਾਂ ਤੇ ਕਾਨੂੰਨ ਨਹੀਂ ਬਣਾ ਸਕਦੀਆਂ ਜਿਹੜੇ ਟੌਪਿਕ ਯੂਨੀਅਨ ਕੋਲੇ ਹੋਣਗੇ ਬੱਚਿਓ, ਇਹ ਕਿਹਾ ਗਿਆ। ਪੀਪਲਸ ਅਥਾਰਟੀ, ਉਹ ਆਲ ਪਾਵਰ ਡਰਾਈਵਸ ਫਰੋਮ ਦਾ ਪੀਪਲ ਆਫ ਇੰਡੀਆ, ਸਾਰੀ ਪਾਵਰ ਹੈ ਲੋਕਾਂ ਕੋਲੇ ਬੱਚਿਓ, ਉਹੀ ਵੋਟ ਕਰਨਗੇ ਨਾ। ਜਸਟਿਸ ਐਂਡ ਇਕੁਐਲਿਟੀ ਗਰੰਟੀਜ਼ ਸੋਸ਼ਲ, ਇਕਨੋਮਿਕ, ਪੋਲੀਟੀਕਲ ਜਸਟਿਸ, ਇਕੁਐਲਿਟੀ ਆਫ ਓਪੋਰਚੁਨਿਟੀ, freedom of thought, expression and action. Minority safeguards, provisions for minorities and backward classes, territorial integrity, sovereign rights on land, sea and air maintained. पीछे पढ़ के आए सारा कुछ वही है बच्चों। ग्लोबल कंट्रीब्यूशन, कमिटमेंट टू वर्ल्ड पीस एंड वेलफेयर, कि वर्ल्ड दा पीस बना के रखांगे। द ਪ੍ਰੀਐਂਬਲ ਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਬੱਚਿਓ, ਆਪਾਂ ਹੁਣੀ ਦੇਖ ਕੇ ਆਏ ਹੈ ਨਾ। ਇਹ ਦੇਖੋ ਆਬਜੈਕਟਿਵ ਰੈਜ਼ੋਲੂਸ਼ਨ ਹੋ ਗਏ ਬੱਚਿਓ, ਪ੍ਰੀਐਂਬਲ ਬਣ ਗਏ ਨਾ ਬਾਅਦ ਵੀ ਜਾ ਕੇ ਆਪਣਾ, ਇਹ ਸਾਰਾ ਕੁਝ ਬੱਚਿਓ ਆਪਾਂ ਹੁਣੀ ਦੇਖ ਕੇ ਆਏ ਹਾਂ। ਸੋ ਦੇਖ ਲੈਂਦੇ ਅੱਗੇ। ਦ ਪ੍ਰੀਐਂਬਲ ਆਫ ਦ ਕਨਸਟੀਟਿਊਸ਼ਨ ਆਫ ਇੰਡੀਆ ਇਜ਼ ਅ ਮੋਡੀਫਾਈਡ ਵਰਜ਼ਨ ਆਫ ਦ ਆਬਜੈਕਟਿਵ ਰੈਜ਼ੋਲੂਸ਼ਨ। ਇਹ ਸਾਰੇ ਆਬਜੈਕਟਿਵ ਰੈਜ਼ੋਲੂਸ਼ਨ ਸੀਗੇ ਬੱਚਿਓ, ਬਾਅਦ ਵਿੱਚ ਮੋਡੀਫਾਈ ਹੋ ਕੇ ਪ੍ਰੀਐਂਬਲ ਬਣ ਗਈ ਇੰਡੀਆ ਦੇ ਕਨਸਟੀਟਿਊਸ਼ਨ ਦੇ। ਸੋ ਬੱਚਿਓ ਇਸ ਤੋਂ ਬਾਅਦ ਆਪਾਂ ਕੁਝ ਹੋਰ ਪੁਆਇੰਟ ਦੇਖ ਲੈਂਦੇ ਹਾਂ। ਇੱਕ ਗੱਲ ਬੱਚਿਓ ਇਹ ਯਾਦ ਰੱਖਿਓ ਕਿ ਪ੍ਰੀਐਂਬਲ ਸਾਰੇ ਦੇ ਸਾਰੇ ਆਬਜੈਕਟਿਵ ਰੈਜ਼ੋਲੂਸ਼ਨ ਇਦਾਂ ਹੀ ਚੱਕ ਕੇ ਪ੍ਰੀਐਂਬਲ ਨਹੀਂ ਬਣ ਗਈ, ਕੁਝ ਮੋਡੀਫਿਕੇਸ਼ਨ ਹੋਈ ਹੈ ਫਿਰ ਬਣੀ ਹੈ ਬੱਚਿਓ ਪ੍ਰੀਐਂਬਲ, ਇਹ ਯਾਦ ਰੱਖਿਓ। ਨੈਕਸਟ ਬੱਚਿਓ ਕੁਝ ਪੁਆਇੰਟ ਇੱਥੇ ਲਿਖੇ ਹੋਏ ਨੇ, ਇਹਨਾਂ ਨੂੰ ਦੇਖ ਲੈਂਦੇ ਆਪਾਂ, ਇੰਪੋਰਟੈਂਟ ਪੁਆਇੰਟ ਨੇ। ਜਿੱਦਾਂ ਕਿ ਬੱਚਿਓ ਕੌਂਸਟੀਟਿਊਟਡ, ਕਦੋਂ ਬਣੀ ਕੌਂਸਟੀਟਿਊਐਂਟ ਅਸੈਂਬਲੀ? ਨਵੰਬਰ 1946 ਵਿੱਚ। ਕਿਹੜੇ ਮਿਸ਼ਨ ਦੇ ਅੰਡਰ ਬਣੀ ਹੈ? ਕੈਬਨਿਟ ਮਿਸ਼ਨ ਪਲਾਨ ਦੇ ਅੰਡਰ ਬਣੀ ਹੈ। ਸਟਰੈਂਥ, ਕਿੰਨੇ ਮੈਂਬਰ ਸੀਗੇ ਬੱਚੋ? ਟੋਟਲ ਮੈਂਬਰ ਸੀਗੇ 389, ਜਿਹਦੇ ਵਿੱਚੋਂ 296 ਸੀਗੇ ਬ੍ਰਿਟਿਸ਼ ਇੰਡੀਆ ਤੋਂ, 93 ਸੀਗੇ ਬੱਚੋ ਪ੍ਰਿੰਸਲੀ ਸਟੇਟਸ ਤੋਂ, ਟੋਟਲ ਹੋ ਗਏ 389। ਬ੍ਰਿਟਿਸ਼ ਇੰਡੀਆ ਦੇ ਵਿੱਚੋਂ 292 ਮੈਂਬਰਸ ਫਰੋਮ 11 ਗਵਰਨਰ ਪ੍ਰੋਵਿੰਸਾਂ ਦੀਆਂ ਵਿੱਚੋਂ ਸੀਗੇ ਬੱਚੇ, ਤੇ 4 ਸੀਗੇ ਬੱਚਿਓ ਕਿੱਥੋਂ? ਕਮਿਸ਼ਨਰ ਦੀਆਂ ਪ੍ਰੋਵਿੰਸਾਂ ਤੋਂ, ਚੀਫ ਕਮਿਸ਼ਨਰ ਦੀਆਂ ਬੱਚਿਓ। ਸੋ ਕਿੰਨੇ ਹੋ ਗਏ ਟੋਟਲ? 296। ਇਹ ਬੱਚਿਓ ਇਹ 296 ਨੂੰ ਡਿਵਾਈਡ ਕਰਿਆ ਗਿਆ, ਜਿਹੜੇ 296 ਹੈ ਇਹ 29, ਇੱਕ ਮਿੰਟ ਬੱਚਿਓ ਮੈਨੂੰ ਇਰੇਜ਼ ਕਰਾਂ, ਤੁਹਾਨੂੰ ਸ਼ਾਇਦ ਨਾ ਦਿਖੇ ਫਿਰ ਤੁਹਾਨੂੰ ਸਮਝ ਆਏਗਾ। ਇਹ ਦੇਖੋ ਇਹ 296 ਹੈ, ਇਸ ਨੂੰ ਡਿਵਾਈਡ ਕਰਿਆ ਗਿਆ 292 ਪਲੱਸ ਇਹ 4, ਕਿੰਨੇ ਹੋ ਗਏ ਬੱਚੋ? 296। ਸੋ 296 ਦੇ ਵਿੱਚੋਂ 292 ਸਟੇਟਾਂ ਉਹ ਸੀਗੀਆਂ ਬੱਚੋਂ, ਉਹ ਪ੍ਰੋਵਿੰਸਾਂ ਸੀਗੀਆਂ ਜਿੱਥੇ ਗਵਰਨਰ ਹੁੰਦੇ ਸੀਗੇ, 4 ਪ੍ਰੋਵਿੰਸਾਂ ਉਹ ਸੀਗੀਆਂ ਬੱਚਿਓ ਜਿੱਥੇ ਚੀਫ ਕਮਿਸ਼ਨਰ ਹੁੰਦੇ ਸੀਗੇ। ਸੋ ਟੋਟਲ ਕਿੰਨੇ ਹੋ ਗਏ? 296। ਕੰਪੋਜੀਸ਼ਨ ਬੱਚਿਓ, ਰਿਪਰੈਜ਼ੈਂਟੇਟਿਵਸ ਫਰੋਮ ਡਿਵਰਸ ਸੈਕਸ਼ਨਸ ਆਫ ਇੰਡੀਅਨ ਸੋਸਾਇਟੀ, ਜਿੱਦਾਂ ਕਿ ਹਿੰਦੂਜ਼ ਵੀ ਸੀਗੇ, ਮੁਸਲਿਮ ਵੀ, ਸਿੱਖ ਵੀ, ਪਾਰਸੀ ਵੀ, ਐਂਗਲੋ ਇੰਡੀਅਨ ਵੀ, ਇੰਡੀਅਨ ਕ੍ਰਿਸਚਨ ਵੀ, SC ਵੀ, ST ਵੀ, ਸਾਰੇ ਸੀਗੇ ਬੱਚਿਓ। ਵੂਮਨ ਵੀ ਸੀਗੀਆਂ ਇਹਨਾਂ ਸਾਰੀਆਂ ਸੈਕਸ਼ਨਾਂ ਤੋਂ। ਸੀਟ ਐਲੋਕੇਸ਼ਨ ਬੱਚਿਓ, ਸੀਟਸ ਆਰ ਐਲੋਕੇਟਡ, ਇਹ ਵੀ ਕੁਐਸਚਨ ਬਣਦਾ ਹੈ ਬੱਚਿਓ ਕਿ ਸੀਟਸ ਕਿੱਦਾਂ ਐਲੋਕੇਟ ਹੋਈਆਂ ਸੀਗੀਆਂ। Seats are allocated in proportion to the population of each province and princely state, ਜਿੰਨੀ population ਹੈ ਉਸ ਹਿਸਾਬ ਨਾਲ ਸੀਟਾਂ ਮਿਲ ਗਈਆਂ ਅਸੈਂਬਲੀ ਦੇ ਅੰਦਰ। Seats for each British province were divided among 3 principal communities. ਹਰ ਇੱਕ ਪ੍ਰੋਵਿੰਸ ਦੇ ਵਿੱਚ ਬੱਚਿਓ ਸੀਟਾਂ ਨੂੰ 3 ਮੇਨ ਕਮਿਊਨਿਟੀਆਂ ਦੇ ਅੰਦਰ ਡਿਵਾਈਡ ਕਰਿਆ ਗਿਆ, ਮੁਸਲਿਮ, ਸਿੱਖ ਐਂਡ ਜਨਰਲ, ਠੀਕ ਹੈ। ਇਹ 3 ਮੇਨ ਪ੍ਰਿੰਸੀਪਲ ਕਮਿਊਨਿਟੀ ਸੀਗੀਆਂ ਬੱਚਿਓ। ਨੈਕਸਟ ਵੋਟਿੰਗ ਮੈਥਡ ਕੀ ਸੀਗਾ ਬੱਚਿਓ? ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ, ਇੱਕ ਮਿੰਟ, ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਯੂਜ਼ਿੰਗ ਅ ਸਿੰਗਲ ਟ੍ਰਾਂਸਫਰੇਬਲ ਵੋਟ ਫॉर ਪ੍ਰੋਵਿੰਸ਼ੀਅਲ ਰਿਪਰੈਜ਼ੈਂਟੇਸ਼ਨ, ਜਿਹੜੀ ਆਪਾਂ ਬੱਚਿਓ ਪੜ੍ਹਦੇ ਹਾਂ ਵੋਟਿੰਗ ਨਾ ਪ੍ਰੈਸੀਡੈਂਟ ਵਾਈਸ ਪ੍ਰੈਸੀਡੈਂਟ ਦੇ ਇਲੈਕਸ਼ਨ ਦੇ ਟਾਈਮ ਤੇ, ਉਹ ਮੈਥਡ ਸੀਗਾ ਬੱਚਿਓ। ਰਿਪਰੈਜ਼ੈਂਟੇਟਿਵਸ ਫਰੋਮ ਪ੍ਰਿੰਸਲੀ ਸਟੇਟਸ ਵਰ ਨੋਮੀਨੇਟਡ ਬਾਏ ਦੇਅਰ ਹੈਡਸ, ਜਿਹੜੇ ਪ੍ਰਿੰਸਲੀ ਸਟੇਟ ਸੀਗੇ ਬੱਚਿਓ ਉਹਨਾਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਸੀਗੇ ਉਹਨਾਂ ਨੂੰ ਨੋਮੀਨੇਟ ਕਰਿਆ ਜਾਂਦਾ ਸੀਗਾ ਉਹਨਾਂ ਸਟੇਟਾਂ ਦੇ ਹੈਡ ਦੇ ਦੁਆਰਾ। ਮੈਂਬਰਸ ਕੁਝ ਇਲੈਕਟਡ ਸੀਗੇ,
ਕੁਝ ਨੋਮੀਨੇਟਡ ਸੀਗੇ ਹਨਾ, ਬ੍ਰਿਟਿਸ਼ ਪ੍ਰੋਵਿੰਸਾਂ ਤੋਂ ਇਲੈਕਟਡ ਹੋ ਗਏ, ਜਿਹੜੀ ਪ੍ਰਿੰਸਲੀ ਸਟੇਟਾਂ ਨੇ ਉਹਨਾਂ ਤੋਂ ਨੋਮੀਨੇਟਡ ਹੋ ਗਏ। ਮੈਂਬਰਸ ਆਰ ਇਨਡਾਇਰੈਕਟਲੀ ਇਲੈਕਟਡ ਬਾਏ ਪ੍ਰੋਵਿੰਸ਼ੀਅਲ ਅਸੈਂਬਲੀ ਮੈਂਬਰਸ, ਜਿਹੜੇ ਮੈਂਬਰ ਸੀਗੇ ਬੱਚਿਓ ਉਹ ਇਨਡਾਇਰੈਕਟਲੀ ਇਲੈਕਟਡ ਸੀਗੇ ਜਿਹੜੀਆਂ ਪ੍ਰੋਵਿੰਸਾਂ ਦੇ ਅੰਦਰ ਅਸੈਂਬਲੀਆਂ ਸੀਗੀਆਂ ਉਹਨਾਂ ਦੇ ਮੈਂਬਰਾਂ ਦੇ ਦੁਆਰਾ, ਇਹ ਯਾਦ ਰੱਖ ਲਿਓ। ਨੋਟੇਬਲ ਅਬਸੈਂਸ, ਮਹਾਤਮਾ ਗਾਂਧੀ ਜੀ ਨੇ ਪਾਰਟਿਸਿਪੇਟ ਨਹੀਂ ਕਰਿਆ ਕੌਂਸਟੀਟਿਊਐਂਟ ਅਸੈਂਬਲੀ ਦੇ ਅੰਦਰ, ਇਹ ਯਾਦ ਰੱਖਿਓ। 93 ਸੀਟਸ ਅਲੋਟਡ ਟੂ ਦਾ ਪ੍ਰਿੰਸਲੀ ਸਟੇਟਸ ਰਿਮੇਨਡ ਅਨਫਿਲਡ ਐਜ਼ ਦੇ ਆਪਟਡ ਆਊਟ, ਜਿਹੜੇ ਬੱਚੇ ਉਹ ਪ੍ਰਿੰਸਲੀ ਸਟੇਟ ਨੂੰ ਸੀਟਾਂ ਮਿਲੀਆਂ ਸੀਗੀਆਂ ਉਹ ਵੀ ਖਾਲੀ ਰਹੀਆਂ ਕਿਉਂਕਿ ਉਹਨਾਂ ਨੇ ਇਹਦੇ ਵਿੱਚ ਪਾਰਟਿਸਿਪੇਟ ਨਹੀਂ ਕਰਿਆ। ਤੁਹਾਨੂੰ ਪਤਾ ਹੀ ਹੈ ਬੱਚਿਓ, ਕਿਉਂਕਿ ਉਹਨਾਂ ਕੋਲੇ ਕੀ ਕਲਾਸ ਸੀਗਾ ਕਿ ਜਾਂ ਤਾਂ ਉਹ ਇੰਡੀਆ ਵਿੱਚ ਪਾਰਟਿਸਿਪੇਟ ਕਰ ਜਾਣ ਜਾਂ ਉਹ ਪਾਕਿਸਤਾਨ ਵਿੱਚ ਜਾ ਕੇ ਮਿਲ ਜਾਣ ਜਾਂ ਉਹ ਇੰਡੀਪੈਂਡੈਂਟ ਰਹਿ ਲੈਣ। ਸੋ ਬੱਚੋ ਉਹ ਇੰਡੀਪੈਂਡੈਂਟ ਰਹਿਣਾ ਚਾਹੁੰਦੇ ਸੀਗੇ ਹਨਾ, ਇਸ ਕਰਕੇ ਉਹਨਾਂ ਨੇ ਪਾਰਟਿਸਿਪੇਟ ਨਹੀਂ ਕਰਿਆ। ਟੋਟਲ ਸੈਸ਼ਨ ਹੋਏ ਨੇ ਬੱਚੋ 11, ਇਹ ਯਾਦ ਰੱਖਿਓ। ਟਾਈਮ ਲੱਗਿਆ 2 ਸਾਲ 11 ਮਹੀਨੇ 18 ਦਿਨ ਦਾ। ਐਕਸਪੈਂਡੀਚਰ ਹੋਇਆ ਹੈ ਬੱਚੋ 64 ਲੱਖ ਦਾ। ਚਾਹ ਪਾਣੀ ਪੀ ਗਏ ਇੰਨੇ ਦੀ। ਸਿੰਬਲ ਹੈ ਬੱਚੋ ਆਪਣੀ ਅਸੈਂਬਲੀ ਦਾ ਐਲੀਫੈਂਟ ਹੈ ਨਾ, ਐਲੀਫੈਂਟ ਸਿੰਬਲ ਹੈ। ਦੱਸਿਆ ਹੋਇਆ ਹੈ ਮੈਂ ਕਿਉਂ ਸਿੰਬਲ ਹੈ, ਕਿਉਂਕਿ ਸਟਰੈਂਥ ਸਿੰਬਲਾਈਜ਼ ਕਰਦਾ ਹੈ ਐਲੀਫੈਂਟ, ਇਸ ਕਰਕੇ ਬੱਚੋ। ਨੈਕਸਟ ਹੈ ਬੱਚੋ ਕਿਹੜੇ ਕਿਹੜੇ ਚੇਂਜ ਕਰੇ ਬਾय ਦਾ ਇੰਡੀਅਨ ਇੰਡੀਪੈਂਡੈਂਸ ਐਕਟ ਆਫ 1947 ਨੇ, ਕਿਉਂਕਿ ਬੱਚੋ ਇਹ ਪਹਿਲਾਂ ਬਣ ਗਈ ਸੀ ਨਾ ਅਸੈਂਬਲੀ ਤੇ ਬਾਅਦ ਵਿੱਚ ਇੰਡੀਆ ਇੰਡੀਪੈਂਡੈਂਸ ਐਕਟ ਆਇਆ। ਸੋ ਕੁਝ ਚੇਂਜ ਕਰਤੇ ਉਹਨੇ ਇਸ ਦੇ ਵਿੱਚ। ਕੀ ਕਰਤੇ ਜੀ? ਸੋਵਰਨ ਬੋਡੀ, ਦਾ ਅਸੈਂਬਲੀ ਵਾਸ ਡਿਕਲੇਅਰਡ ਫੁਲੀ ਸੋਵਰਨ ਏਬਲ ਟੂ ਅਲਟਰ ਐਨੀ ਲਾ। ਅਸੈਂਬਲੀ ਦੇ ਕੋਲੇ ਪੂਰੀ ਪਾਵਰ ਆ ਗਈ ਕਿ ਉਹ ਕਿਸੇ ਵੀ ਲਾ ਨੂੰ ਅਲਟਰ ਕਰ ਸਕਦੀ ਹੈ, ਚੇਂਜ ਕਰ ਸਕਦੀ ਹੈ। 2 ਫੰਕਸ਼ਨ ਆ ਗਏ ਇਹਦੇ ਕੋਲੇ, ਕਿਹੜੇ ਕਿਹੜੇ? ਇੱਕ ਲੈਜਿਸਲੇਟਿਵ, ਇੱਕ ਕੌਂਸਟੀਟਿਊਐਂਟ। ਇੱਕ ਲੈਜਿਸਲੇਟਿਵ ਦੇ ਵਿੱਚ ਬੱਚੋ ਇੱਕ ਕਾਨੂੰਨ ਬਣਾਉਂਦੀ ਸੀਗੀ, ਕੌਂਸਟੀਟਿਊਐਂਟ ਦੇ ਅੰਦਰ ਬੱਚੋ ਇੱਕ ਕੌਂਸਟੀਟਿਊਸ਼ਨ ਨੂੰ ਬਣਾ ਰਹੀ ਸੀਗੀ। ਜਦੋਂ ਬੱਚੋ ਲੈਜਿਸਲੇਟਿਵ ਬੋਡੀ ਦੀ ਤਰ੍ਹਾਂ ਮਿਲਦੀ ਸੀਗੀ, ਕਾਨੂੰਨ ਬਣਾਉਣ ਵਾਲੀ ਬੋਡੀ ਦੀ ਤਰ੍ਹਾਂ ਮਿਲਦੀ ਸੀਗੀ ਬੱਚੋ, ਉਸ ਟਾਈਮ ਇਸ ਨੂੰ ਚੇਅਰ ਕਰਦੇ ਸੀਗੇ ਜੀ.ਵੀ. ਮਵਲੰਕਰ। ਇਹ ਬੱਚੋ ਆਪਣੇ ਪਹਿਲੇ ਸਪੀਕਰ ਨੇ, ਯਾਦ ਰੱਖਿਓ। ਜੇ ਕੁਐਸਚਨ ਆਉਂਦਾ ਹੈ ਕਿ ਇੰਡੀਆ ਦੇ ਪਹਿਲੇ ਸਪੀਕਰ ਕਿਹੜੇ ਸੀਗੇ, ਸੋ ਜੀ.ਵੀ. ਮਵਲੰਕਰ ਜੀ ਸੀਗੇ। ਜਦੋਂ ਬੱਚੋ ਇਹ ਕੌਂਸਟੀਟਿਊਐਂਟ ਅਸੈਂਬਲੀ ਤਰ੍ਹਾਂ ਮਿਲਦੀ ਸੀਗੀ ਉਸ ਟਾਈਮ ਇਸ ਨੂੰ ਚੇਅਰ ਕਰਦੇ ਸੀਗੇ ਡਾਕਟਰ ਰਜਿੰਦਰ ਪ੍ਰਸਾਦ ਜੀ, ਇਹ ਯਾਦ ਰੱਖ ਲਿਓ। ਫਸਟ ਪਾਰਲੀਮੈਂਟ ਬਿਕਮ ਦਾ ਫਸਟ ਪਾਰਲੀਮੈਂਟ ਆਫ ਫ੍ਰੀ ਇੰਡੀਆ। ਮੈਂਬਰ ਸੀ ਬੱਚੋ ਸਟਰੈਂਥ ਰਿਡਿਊਸਰ ਟੂ 299, ਇਹਦੀ ਹੁਣ ਸਟਰੈਂਥ ਰਹਿ ਗਈ ਬੱਚੋ 299 ਆਫਟਰ ਦਾ ਮੁਸਲਿਮ ਲੀਗ ਵਿਡਰਾਲ, ਕਿਉਂਕਿ ਮੁਸਲਿਮ ਲੀਗ ਚਲਾ ਗਿਆ ਬਾਹਰ। ਸੋ ਪਹਿਲਾਂ ਕਿੰਨੀ ਸੀਗੀ ਬੱਚੋ 389, ਹੁਣ ਆ ਗਈ 299 ਤੇ। ਠੀਕ ਹੈ ਬੱਚੋ। ਸੋ ਬੱਚੋ ਆਪਾਂ ਅੱਜ ਇੰਨਾ ਹੀ ਕਰਦੇ ਹਾਂ, ਆਪਾਂ ਅੱਗੇ ਵਾਲੀ ਸਲਾਈਡਸ ਕੱਲ੍ਹ ਨੂੰ ਡਿਸਕਸ ਕਰ ਲਾਂਗੇ। ਤੁਸੀਂ ਇਸ ਨੂੰ ਅੱਛੀ ਤਰ੍ਹਾਂ ਰਿਵਾਈਜ਼ ਕਰ ਲਿਓ, ਫਿਰ ਆਪਾਂ ਅੱਗੇ ਕੰਟੀਨਿਊ ਕਰਾਂਗੇ। ਸੋ ਬੱਚੋ ਆਈ ਹੋਪ ਤੁਹਾਨੂੰ ਅੱਜ ਦਾ ਲੈਕਚਰ ਸਾਰਾ ਸਮਝ ਆਇਆ ਹੋਣਾ। ਜੇ ਫਿਰ ਵੀ ਕੋਈ ਡਾਊਟ ਹੋਵੇ ਬੱਚੋ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ। ਸੋ ਬੱਚੋ ਮਿਲਦੇ ਹਾਂ ਕੱਲ੍ਹ ਨੂੰ ਫਿਰ ਇੱਕ ਨਵੇਂ ਸੈਸ਼ਨ ਦੇ ਨਾਲ। ਉਸ ਟਾਈਮ ਤੱਕ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ।